ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਾਤ ਹੋਤ ਕਰ ਸਭ ਇਸ਼ਨਾਨਾ, ਚੜ ਕੇ ਪਾਨ ਪਰ ਕਰਿਓ ਪਿਆਨਾ। ਜਦ ਕਾਲ ਸੇ ਕੋਦਲ ਸਾਥ, ਉਸ ਅਸ਼ਟਦਸ ਪਹੁੰਚੇ ਨਾਥ। ਚੌਪਈ ਪ੍ਰਾਤ ਹੋਤ ਕਰ ਸਭ ਇਸ਼ਨਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸ਼ੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਬਾਣੀ ਗੁਰੂ, ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਦਾ ਸਦਕਾ ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸ਼ਹੀਦਾਂ ਤੱਲਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਭ ਮਾਈ ਭਾਈ ਬੜੀ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਜੁੜ ਬੈਠੇ ਹੋ। ਸਤਿਗੁਰੂ ਜੀ ਦੇ ਇਸ ਪਵਿੱਤਰ ਅਸਥਾਨ ਦੇ ਉੱਤੇ ਜੋ ਲੜੀਵਾਰ ਗੁਰ ਇਤਿਹਾਸ ਚੱਲ ਰਿਹਾ ਹੈ, ਤਿਸ ਦੀ ਕਥਾ ਆਪਾਂ ਬੜੇ ਪ੍ਰੇਮ ਦੇ ਨਾਲ ਸਾਰਿਆਂ ਨੇ ਜੁੜ ਕੇ ਸਰਵਣ ਕਰਨੀ ਹੈ। ਲੜੀਵਾਰ ਕਥਾ ਦੀ ਆਰੰਭਤਾ ਤੋਂ ਪਹਿਲਾਂ ਅੱਜ ਦਿਨ ਦੇ ਦੀਵਾਨ ਦੇ ਵਿੱਚ ਵੀ ਦਾਸ ਨੇ ਹਾਜ਼ਰੀ ਭਰ ਕੇ ਵਿਸ਼ੇਸ਼ ਤੌਰ ਤੇ ਭਾਈ ਮਰਦਾਨਾ ਜੀ ਦਾ ਅੱਜ ਗੁਰਪੁਰੀ ਪਿਆਨੇ ਦਾ ਦਿਨ ਹੈ, ਵਿਚਾਰਾਂ ਕੀਤੀਆਂ ਸਨ। ਸੋ ਕਿਉਂਕਿ ਸ਼ਾਮ ਦੇ ਸਮੇਂ ਨਵੀਂ ਸੰਗਤ ਆਈ ਹੈ, ਇਸ ਕਰਕੇ ਗੁਰੂ ਘਰ ਦੇ ਉਸ ਮਹਾਨ ਮਹਾਂਪੁਰਖ ਨੂੰ ਕੁਝ ਸ਼ਰਧਾ ਭਾਵਨਾ ਦੇ ਸ਼ਬਦ ਜ਼ਰੂਰ ਅਰਪਿਤ ਕਰਨਾ ਚਾਹੁੰਦੇ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਜੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਆਗਮਨ ਲੈਂਦੇ ਹਨ। ਬਚਪਨ ਸਰੀਰ ਕਰਕੇ ਬਾਲ ਅਵਸਥਾ, ਪਰ ਅੰਤਰ ਆਤਮੇ ਜੋ ਉਹ ਰੱਬੀ ਨੂਰ ਹੈ। ਸਤਿਗੁਰੂ ਸਾਹਿਬ ਜੀ ਬਾਲਕਾਂ ਦੇ ਨਾਲ ਖੇਡਦੇ, ਆਸੇ ਪਾਸੇ ਤੋਂ ਬਾਲਕਾਂ ਨੇ ਘੇਰਾ ਘੱਤ ਕੇ ਬਹਿ ਜਾਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਜਿਹੜਾ ਵੀ ਬਾਲਕ ਵੇਖਦਾ, ਸਤਿਗੁਰੂ ਦੇ ਦਰਸ਼ਨ ਕਰਦਾ, ਉਹਨੂੰ ਸਤਿਗੁਰੂ ਜੀ ਦੇ ਸਨਮੁਖ ਸਰੂਪ ਦੇ ਦੀਦਾਰੇ ਹੋਣੇ। ਕਿਸੇ ਨੂੰ ਵੀ ਗੁਰੂ ਸਾਹਿਬ ਦੀ ਕੰਡ ਦਿਖਾਈ ਨਹੀਂ ਸੀ ਦਿੰਦੀ। ਇਹਨਾਂ ਬਾਲਕਾਂ ਦੇ ਵਿੱਚ ਹੀ ਭਾਈ ਮਰਦਾਨਾ ਜੀ, ਮਾਂ ਆਵਾਜ਼ ਮਾਰਦੀ ਹੈ, ਬੇਟਾ ਪੁੱਤਰ ਨਾਨਕ ਇੱਥੇ ਮੇਰਾ ਮਰ ਜਾਣਾ ਵੀ ਤੁਹਾਡੇ ਨਾਲ ਖੇਡਦਾ ਹੋਣਾ, ਮਰ ਜਾਣੇ ਨੂੰ ਘਰੇ ਭੇਜ ਦਿਓ। ਆਵਾਜ਼ਾਂ ਦਿੰਦੀ ਮਾਤਾ, ਮਰ ਜਾਣਿਆ ਘਰ ਆ ਜਾ। ਸਤਿਗੁਰੂ ਸਾਹਿਬ ਜੀ ਬੜੇ ਹੈਰਾਨ ਹੋਏ। ਮਾਤਾ, ਦੁਨੀਆ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਅਸੀਸਾਂ ਦਿੰਦੀਆਂ ਨਹੀਂ ਥੱਕਦੀਆਂ, ਜਿਉਣ ਜੋਗਾ ਕਹਿੰਦੀਆਂ, ਲੰਮੀਆਂ ਉਮਰਾਂ ਹੋਣ ਇਹ ਅਸੀਸਾਂ ਦਿੰਦੀਆਂ। ਕਿਹੋ ਜੀ ਮਾਂ ਹੈ, ਆਪਣੇ ਪੁੱਤ ਨੂੰ ਮਰ ਜਾਣਾ ਆਖੀ ਜਾਂਦੀ ਹੈ। ਸੁਣ ਕੇ ਮਾਤਾ ਦੇ ਨੇਤਰਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰੇ। ਪੁੱਤ ਨਾਨਕ, ਮੇਰੇ ਘਰੇ ਆ ਤੇਰੇ ਮਿੱਤਰ ਵਰਗੇ ਨਾ ਪਹਿਲਾਂ 6 ਬੱਚੇ ਪੈਦਾ ਹੋਏ। ਕੋਈ ਜਨਮ ਲੈਣ ਸਾਰ ਚੜ੍ਹਾਈ ਕਰ ਗਿਆ,
ਕੋਈ 1 ਮਹੀਨੇ, ਕੋਈ 2 ਮਹੀਨੇ, ਕੋਈ ਸਾਲ 2 ਸਾਲ, ਇਦਾਂ ਉਮਰ ਭੋਗ ਭੋਗ ਕੇ ਸਾਰੇ ਹੀ ਤੁਰ ਗਏ ਵਾਰੋ ਵਾਰੀ। ਤੇ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਔਲਾਦ ਦਾ ਸੁੱਖ ਬਹੁਤੀ ਦੇਰ ਮਾਣ ਨਹੀਂ ਸਕਦੀ, ਇਹਨੇ ਵੀ ਮਰ ਜਾਣਾ ਹੈ। ਇਸ ਕਰਕੇ ਮੈਂ ਪਹਿਲਾਂ ਹੀ ਦਿਲ ਨੂੰ ਧਰਵਾਸ ਦੇਣ ਵਾਸਤੇ ਇਹਦਾ ਨਾਂ ਹੀ ਮਰ ਜਾਣਾ ਰੱਖ ਲਿਆ। ਸਤਿਗੁਰੂ ਕਹਿੰਦੇ, ਮਾਤਾ ਪਹਿਲਾਂ ਜੋ ਹੋਇਆ ਸੋ ਹੋਇਆ, ਪਰ ਮੇਰੇ ਮਿੱਤਰ ਦਾ ਨਾਂ ਅੱਜ ਤੋਂ ਬਾਅਦ ਮਰ ਜਾਣਾ ਨਹੀਂ ਲੈਣਾ। ਪਹਿਲਾਂ ਤੁਹਾਡੇ ਘਰ ਔਲਾਦ ਜੰਮੀ ਹੋਊ, ਮਰ ਗਈ ਹੋਊ, ਪਰ ਇਹ ਮਰਦਾ ਨਾ, ਇਹ ਮਰਦਾਨਾ ਹੈ, ਇਹ ਕਦੇ ਮਰੇਗਾ ਨਹੀਂ, ਅਮਰ ਹੋ ਜਾਵੇਗਾ। ਤੇ ਖਾਲਸਾ ਜੀ, ਅੱਜ ਜਿੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜੇ ਆਦਰ ਸਤਿਕਾਰ ਦੇ ਸਹਿਤ ਆਪਾਂ ਗੁਰੂ ਹੋਣ ਕਰਕੇ ਨਾਮ ਲੈਂਦੇ ਆ ਨਾ, ਉੱਥੇ ਭਾਈ ਮਰਦਾਨਾ ਜੀ ਉਹ ਵੀ ਸਤਿਗੁਰੂ ਸਾਹਿਬ ਜੀ ਦੇ ਅਮਰ ਬ੍ਰਹਮ ਗਿਆਨੀ ਸਿੱਖ ਹੋਏ ਹਨ। ਐਸਾ ਗੁਰੂ ਨਾਨਕ ਦਾ ਬ੍ਰਹਮ ਗਿਆਨੀ ਸੰਤ ਜਿੱਥੇ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਕਿਸੇ ਦਾ ਉਧਾਰ ਕਰਨਾ, ਭਾਈ ਮਰਦਾਨਾ ਜੀ ਵਿੱਚ ਵਸੀਲਾ ਬਣਦੇ। ਆਮ ਤਾਂ ਸਾਡੇ ਰਾਗੀ ਢਾਡੀ ਕਵੀਸ਼ਰ ਜਿਹੜੇ ਪ੍ਰਚਾਰਕ ਹੈ, ਕਈ ਵਾਰ ਭਾਈ ਮਰਦਾਨਾ ਜੀ ਦੀ ਵਾਰਤਾ ਸੁਣਾਉਂਦੇ ਨਾ, ਉਹ ਇੱਥੋਂ ਤੱਕ ਗੱਲਾਂ ਕਹਿ ਜਾਂਦੇ ਆ, ਉਹਨਾਂ ਦੇ ਹਾਸ ਰਸ ਦਾ ਜਿਹੜਾ ਇਹ ਪਾਤਰ ਹੈ ਸਤਿਗੁਰੂ ਸਾਹਿਬ ਜੀ ਦੇ ਨਾਲ, ਉਹਦਾ ਵਿਅਕਤੀਤਵ ਕਰਦਿਆਂ ਹੋਇਆ, ਉਹਨਾਂ ਦਾ ਵਰਣਨ ਕਰਦਿਆਂ ਹੋਇਆ ਕਈ ਵਾਰੀ ਭਾਈ ਮਰਦਾਨਾ ਜੀ ਦੀ ਸ਼ਾਨ ਦੇ ਖਿਲਾਫ ਸ਼ਬਦ, ਦੁਨਿਆਵੀ ਜਾਤੀ ਨਾਮ ਲੈ ਕੇ ਵੀ। ਪਰ ਐਸੇ ਬ੍ਰਹਮ ਗਿਆਨੀ ਸਿੱਖ ਦਾ ਸਦਾ ਹੀ ਸਤਿਕਾਰ ਕਰਨਾ ਚਾਹੀਏ, ਜਿਸ ਨੇ ਤਾ ਉਮਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰਫ ਬਿਤਾਈ ਹੀ ਨਹੀਂ, ਬਲਕਿ ਓੜਕ ਤੱਕ ਨਿਭਾ ਗਿਆ ਗੁਰੂ ਕਾ ਸਿੱਖ, ਜਿਹੜੀ ਗੁਰੂ ਨਾਲ ਪ੍ਰੀਤੀ ਸੀ। ਬਚਪਨ ਵਿੱਚ ਜੇ ਸਾਥੀ ਬਣਾਇਆ ਤੇ ਰਹਿੰਦੀ ਉਮਰ ਤੱਕ, ਉਮਰ ਦੇ ਅੰਤ ਤੱਕ ਸਤਿਗੁਰੂ ਜੀ ਦੇ ਗੋਦ ਵਿੱਚ ਸਵਾਸ ਛੱਡਿਓ ਭਾਈ ਮਰਦਾਨਾ ਜੀ। ਖਾਲਸਾ ਜੀ, ਜਿਸ ਵੇਲੇ ਸਤਿਗੁਰੂ ਸਾਹਿਬ ਜੀ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਰਹਿੰਦੇ, ਬਚਪਨ ਦੇ ਵਿੱਚ ਹਾਸੇ ਖੇਡੇ, ਉਹਨਾਂ ਬਾਲਕਾਂ ਦੇ ਨਾਲ ਹੀ ਬਚਪਨ ਬਤੀਤ ਹੋਇਆ। ਜਿਸ ਵੇਲੇ ਸਤਿਗੁਰੂ ਜੀ ਯੁਵਾ ਅਵਸਥਾ ਦੇ ਵਿੱਚ ਸੁਲਤਾਨਪੁਰ ਵਿਆਹ ਹੋ ਗਿਆ, ਘਰ ਵਾਲੀ ਧਰਮ ਪਤਨੀ ਬੀਬੀ ਸੁਲੱਖਣੀ ਜੀ, ਘਰ ਵਿੱਚ ਪੁੱਤਰ ਪੈਦਾ ਹੋ ਗਏ, ਬਾਬਾ ਸ਼੍ਰੀ ਚੰਦ ਜੀ ਸਾਹਿਬ, ਬਾਬਾ ਲਖਮੀ ਚੰਦ ਜੀ ਸਾਹਿਬ, ਔਰ ਮੋਦੀ ਖਾਨੇ ਦੀ ਕਾਰ ਕਰਨੀ, ਕਿਰਤ ਕਮਾਈ ਕਰਕੇ ਇਹ ਪੂਰਨੇ ਪਾਏ ਗੁਰੂ ਕੇ ਸਿੱਖਾ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨ। ਧਰਮ ਦੀ ਕਿਰਤ ਕਰਨੀ ਔਰ 13 ਤੋਲ ਕੇ ਅਨੇਕਾਂ ਕੌਤਕ ਵਰਤਾਉਂਦੇ ਹੋਏ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਵੇਈ ਨਦੀ ਪ੍ਰਵੇਸ਼ ਰਾਹੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਗਏ, ਗੁਰੂ ਧਾਰਨ ਕੀਤਾ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਮੰਤਰ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ। ਆਖਿਆ, ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਨਾਨਕ ਦੇਵ ਜੀ ਤੁਸੀਂ ਗੁਰੂ ਪਰਮੇਸ਼ਰ। ਜਾਓ, ਤੁਸੀਂ ਦੁਨੀਆ ਵਿੱਚ ਆ ਮੋਦੀ ਖਾਨੇ ਚਲਾਉਣ ਤਾਂ ਨਹੀਂ ਗਏ ਨਾ, ਆ ਦੁਕਾਨਦਾਰੀਆਂ ਵਪਾਰ ਕਰਨ ਤਾਂ ਨਹੀਂ ਗਏ, ਜਿਹੜਾ ਸੱਚ ਦਾ ਸੌਦਾ ਕਰਨ ਵਾਸਤੇ ਤੁਸੀਂ ਗਏ ਹੋ ਉਹ ਕਾਜ ਸੁਧਾਰੋ, ਉਹ ਕਾਰਜ ਕਰੋ ਜਾ ਕੇ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਓ, ਦੁਨੀਆ ਦੇ ਉੱਤੇ ਇਹ ਰੀਤੀ ਹੈ, ਜਿੰਨਾ ਚਿਰ ਆਪ ਗੁਰੂ ਨਾ ਧਾਰਨ ਕੀਤਾ ਹੋਵੇ ਕੋਈ ਕਿਸੇ ਨੂੰ ਗੁਰੂ ਵਾਲਾ ਕੀ ਬਣਾਵੇਗਾ। ਇਸ ਕਰਕੇ ਪਹਿਲਾਂ ਆਪ ਜੀ ਨੂੰ ਗੁਰੂ ਧਾਰਨ ਕਰਨ ਵਾਸਤੇ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਿਆ। ਅੱਜ ਜੇ ਕੋਈ ਪੁੱਛੇ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰੂ ਕੌਣ ਸੀ, ਤਾਂ ਆਹ ਗੁਰਬਾਣੀ ਦੀ ਪੰਕਤੀ ਸੁਣਾ ਦਿਆ ਕਰੋ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰੂ ਖੁਦ ਅਕਾਲ ਪੁਰਖ ਹੈ, ਅਕਾਲ ਦਾ ਸਰੂਪ ਆਪ ਨੇ, ਪਰ ਫਿਰ ਵੀ ਮਰਿਆਦਾ ਮੁਤਾਬਕ ਗੁਰੂ ਧਾਰਨ ਕਰਕੇ ਗੁਰਪ੍ਰਸਾਦ ਤੱਕ ਮਹਾਮੰਤਰ ਲੈ ਕੇ ਆਏ। ਉਸ ਤੋਂ ਬਾਅਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਉਚਾਰਨ ਕਰਕੇ ਅੱਗੇ ਸਿੱਖਾਂ ਨੂੰ ਇੱਥੋਂ ਤੱਕ ਸੰਪੂਰਨ ਮੂਲ ਮੰਤਰ ਦੀ ਬਖਸ਼ਿਸ਼ ਕੀਤੀ। ਮੂਲ ਮੰਤਰ ਉਹਨੂੰ ਕਹਿੰਦੇ ਆ ਭਾਈ, ਮੂਲ ਨਾਮ ਹੈ ਜੜ ਦਾ, ਜਿਹੜਾ ਸਾਰਿਆਂ ਦੀ ਜੜ ਹੈ, ਸਾਰਿਆਂ ਦਾ ਧੁਰਾ ਹੈ। ਸੋ ਜਿਹੜਾ ਮੂਲ ਮੰਤਰ ਹੈ ਨਾ, ਇਹ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਮੰਤਰ ਨਹੀਂ ਹੈ, ਇਹ ਮੂਲ ਮੰਤਰ ਹੈ, ਸਭ ਦਾ ਮੂਲ ਹੈ। ਸੋ ਕਦੇ ਨਹੀਂ ਇਸ ਭਰਮ ਵਿੱਚ ਪੈਣਾ ਕਿ ਫਲਾਣਾ ਬੜੇ ਜੰਤਰ ਮੰਤਰ ਜਾਣਦਾ, ਉਹ ਆਹ ਕਰ ਦੇਵੇਗਾ, ਉਹ ਕਰ ਦੇਵੇਗਾ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੋਮਣੀ ਮੰਤਰ ਬਖਸ਼ਿਆ ਹੋਇਆ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਔਰ ਇਹ ਮੂਲ ਮੰਤਰ ਦੀ ਬਖਸ਼ਿਸ਼ ਕੀਤੀ।
ਹਰ ਗੁਰੂ ਕਾ ਸਿੱਖ ਗੁਰਬਾਣੀ ਦੇ ਨਾਲ ਨਿੱਤਾ ਪ੍ਰਤੀ ਇਹਨਾਂ ਦਾ ਜਾਪ ਕਰੇ, ਸਿਮਰਨ ਕਰੇ। ਜਿਸ ਵੇਲੇ ਸਤਿਗੁਰੂ ਜੀ ਵੇਈ ਨਦੀ ਤੋਂ ਬਾਹਰ ਆਉਂਦੇ ਆ, ਦੁਨੀਆ ਨੂੰ ਤਾਰਨ ਦੀ ਤਿਆਰੀ ਕੀਤੀ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰਾ ਸੰਸਾਰ ਜਦੋਂ ਜਲਦਾ ਬਲਦਾ ਵੇਖਿਆ ਨਾ, ਇਹ ਜਗਤ ਜਲੰਦੇ ਨੂੰ ਤਾਰਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਕੋਲ ਬੁਲਾ ਲਿਆ। ਲੈ ਮਰਦਾਨਿਆ, ਬੇਬੇ ਨਾਨਕੀ ਤੋਂ, ਭੈਣ ਨਾਨਕੀ ਤੋਂ ਕੁਝ ਰੁਪਈਏ ਲੈ ਜਾ ਤੇ ਆ ਫਰੰਦੇ ਦੇ ਕੋਲੋਂ ਜਾ ਕੇ ਰਬਾਬ ਲੈ ਆ। ਰਬਾਬ ਲੈ ਕੇ ਆਂਦੀ। ਸਤਿਗੁਰ ਸੱਚੇ ਪਾਤਸ਼ਾਹ ਦੁਨੀਆ ਦਾ ਉਧਾਰ ਕਰਨ ਵਾਸਤੇ ਚੜ੍ਹਿਆ ਸੋਧਣ ਧਰਤ ਲੁਕਾਈ। ਜਿੱਥੇ ਵੀ ਕਿਸੇ ਨੂੰ ਤਾਰਨਾ ਹੁੰਦਾ, ਸਤਿਗੁਰੂ ਜੀ ਬਚਨ ਕਰਦੇ, ਮਰਦਾਨਿਆ ਰਬਾਬ ਦਾ ਰਾਗ ਛੇੜ ਬਾਣੀ ਆਈ ਹੈ। ਅੱਜ ਖਾਲਸਾ ਜੀ ਦੁਨੀਆ ਵਿੱਚ ਗਵਈਏ ਬਹੁਤ ਹੈ, ਗਾਉਣ ਵਾਲੇ ਬਹੁਤ ਹੈ, ਰਾਗ ਦੇ ਧਨੀ ਬਹੁਤ ਹੈ, ਕੋਈ ਕਮੀ ਨਹੀਂ ਹੈ। ਕੀਰਤਨੀਏ ਸਿੰਘ ਬਹੁਤ ਨੇ, ਕੋਈ ਕਮੀ ਨਹੀਂ ਹੈ। ਪਰ ਕਦੇ ਕੋਈ ਐਸਾ ਗਵਈਆ ਦੇਖਿਆ ਜਿਹਨੂੰ ਮੌਕੇ ਦੇ ਉੱਤੇ ਕੋਈ ਐਸਾ ਸਜਿੰਦਾ, ਐਸਾ ਸਾਜੀ ਦੇਖਿਆ, ਮੌਕੇ ਦੇ ਉੱਤੇ ਤੁਸੀਂ ਗਾਉਣਾ ਸ਼ੁਰੂ ਕਰ ਦਿਓ ਤੇ ਤੁਹਾਡੇ ਰਾਗ ਦੇ ਨਾਲ ਸੁਰ ਤਾਲ ਮਿਲਾ ਦੇਵੇ ਜਦ ਹੀ। ਇਹ ਭਾਈ ਮਰਦਾਨਾ ਜੀ ਦੇ ਉੱਤੇ ਇੰਨੀ ਬਖਸ਼ਿਸ਼ ਸੀ। ਸਤਿਗੁਰੂ ਜੀ ਨਾਲੋਂ ਅੰਦਰੋਂ ਇੱਕਮਿਕ ਹੋਈਆਂ ਰੂਹਾਂ। ਸਤਿਗੁਰੂ ਜੀ ਬਸ ਆਹੀ ਬਚਨ ਕਹਿੰਦੇ ਹੁੰਦੇ, ਭਾਈ ਮਰਦਾਨਿਆ ਰਬਾਬ ਦਾ ਰਾਗ ਛੇੜ ਬਾਣੀ ਆਈ ਆ। ਫੇਰ ਤਰਬਾਂ ਤੇ ਹੱਥ ਸਤਿਗੁਰੂ ਜੀ ਭਾਵੇਂ ਧਨਾਸਰੀ ਵਿੱਚ ਉਚਾਰਨ ਕਰ ਦਿੰਦੇ, ਚਾਹੇ ਸੂਹੀ ਵਿੱਚ, ਚਾਹੇ ਆਸਾ ਵਿੱਚ, ਨਾਲ ਦੀ ਨਾਲ ਭਾਈ ਮਰਦਾਨਾ ਜੀ ਸੁਰ ਤਾਲ ਮਿਲਾ ਦਿੰਦੇ ਸੀ। ਕਿਉਂਕਿ ਅੰਦਰਲਾ ਇੱਕਮਿਕ ਹੋਇਆ ਸੀ ਨਾ ਗੁਰੂ ਦੇ ਨਾਲ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਈ। ਆਹ ਅਵਸਥਾ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸੰਤ ਦੀ ਸੀ, ਜਿਨ੍ਹਾਂ ਨੂੰ ਆਪਾਂ ਮਜ਼ਾਕ ਦੇ ਪਾਤਰ ਵਿੱਚ ਹੀ ਬਹੁਤੀ ਵਾਰੀ ਲੈ ਲੈਂਦੇ। ਸੋ ਖਾਲਸਾ ਜੀ, ਜੇ ਕਦੇ ਭਾਈ ਮਰਦਾਨਾ ਜੀ ਰੁੱਸ ਕੇ ਘਰ ਨੂੰ ਜਾਂਦੇ ਐ, ਉਹ ਰੁੱਸਣਾ ਉਹਨਾਂ ਦਾ ਕੋਈ ਦੁਨਿਆਵੀ ਹੱਠ ਨਹੀਂ ਸੀ। ਇਹ ਸਤਿਗੁਰੂ ਜੀ ਆਪ ਆਪਣੀ ਮਾਇਆ ਵਰਤਾਉਂਦੇ ਸੀ। ਇੱਕ ਵਸੀਲਾ, ਕੋਈ ਤਰੀਕਾ ਤਾਂ ਵਰਤਣਾ ਹੁੰਦਾ ਸੀ ਨਾ ਕਿਸੇ ਨੂੰ ਤਾਰਨ ਦਾ। ਭਾਈ ਮਰਦਾਨਾ ਰੁੱਸ ਕੇ ਘਰ ਨੂੰ ਜਾਂਦਾ, ਰਸਤੇ ਵਿੱਚ ਕੌਡਾ ਰਾਖਸ਼ ਫੜ ਲੈਂਦਾ, ਕੜਾਹੇ ਵਿੱਚ ਤਲ ਕੇ ਖਾਣ ਲੱਗਦਾ ਤੇ ਸਤਿਗੁਰੂ ਜੀ ਉੱਥੇ ਜਾ ਪਹੁੰਚਦੇ ਐ। ਉਹ ਸਿਰਫ ਭਾਈ ਮਰਦਾਨੇ ਦੀ ਰੱਖਿਆ ਵਾਸਤੇ ਨਹੀਂ ਸੀ। ਭਾਈ ਮਰਦਾਨੇ ਨੂੰ ਤਾਂ ਸਤਿਗੁਰੂ ਜੀ ਜਿੱਥੇ ਮਰਜ਼ੀ ਰੱਖ ਸਕਦੇ ਸੀ। ਜਿਹਦਾ ਸਾਥੀ, ਜਿਹਦਾ ਗੁਰੂ ਗੁਰੂ ਨਾਨਕ ਹੋਵੇ, ਉਹਨੂੰ ਕੌਣ ਮਾਰੇ। ਕੌਡੇ ਨੂੰ ਵੀ ਤਾਂ ਤਾਰਨਾ ਸੀ ਨਾ, ਉਹਦੇ ਤੱਕ ਪਹੁੰਚਣ ਦਾ ਸਾਧਨ ਬਣਾਉਂਦੇ ਸੀ। ਜੇ ਭਾਈ ਮਰਦਾਨੇ ਜੀ ਨੂੰ ਭੇਡੂ ਬਣਾ ਲਿਆ, ਜਾਦੂਗਰਨੀਆਂ ਨੇ ਜਾਦੂ ਦੇ ਨਾਲ ਬੰਨ੍ਹ ਲਿਆ, ਗਲ ਵਿੱਚ ਜੇਵਰੀ ਰੱਸੀ ਪਾ ਕੇ, ਸਤਿਗੁਰੂ ਜੀ ਉਹਨਾਂ ਨੂੰ ਉੱਥੇ ਤਾਰਨ ਪਹੁੰਚ ਗਏ। ਪੁੱਤਰਿਓ, ਆਹ ਕੁਕਰਮ ਨਾ ਕਰਿਆ ਕਰੋ, ਭੈੜੇ ਕਰਮ ਛੱਡ ਦਿਓ, ਰੱਬ ਦਾ ਨਾਮ ਜਪੋ। ਸਾਧਨ ਬਣਦੇ ਰਹੇ ਭਾਈ ਮਰਦਾਨਾ। ਸਾਰੀ ਉਮਰ ਸਤਿਗੁਰੂ ਜੀ ਨੇ ਜਾਣ ਬੁੱਝ ਕੇ ਮੋਹ ਮਾਇਆ ਦੇ ਅਧੀਨ ਰੱਖਿਆ। ਨਹੀਂ ਤਾਂ ਜਿਸ ਦਾ ਗੁਰੂ ਨਾਨਕ ਗੁਰੂ ਹੋਵੇ, ਗੁਰੂ ਨਾਨਕ ਦੇ ਹਰ ਵੇਲੇ ਚਰਨਾਂ ਵਿੱਚ ਰਹਿੰਦਾ ਹੋਵੇ, ਉਹਨੂੰ ਕਦੇ ਭੁੱਖ ਸਤਾ ਸਕਦੀ ਹੈ ਭਾਈ? ਉਹਨਾਂ ਦੀਆਂ ਤਾਂ ਸਾਰੀਆਂ ਹੀ ਭੁੱਖਾਂ ਉਤਰ ਜਾਂਦੀਆਂ। ਉਹਨਾਂ ਨੂੰ ਤਾਂ ਸਾਧ ਸੰਗਤ ਜੀ ਇਹ ਦੁਨਿਆਵੀ ਰਸ ਕਸ ਚੰਗੇ ਲੱਗਦੇ ਹੀ ਨਹੀਂ। ਵਾਹਿਗੁਰੂ ਦਾ ਰਸ ਜਿਨ੍ਹਾਂ ਨੂੰ ਆ ਗਿਆ। ਭਾਈ ਮਰਦਾਨਾ ਜੀ ਨੂੰ ਇੱਕ ਸਾਧਨ ਬਣਾਉਣਾ ਹੁੰਦਾ ਸੀ, ਜਿਸ ਇਨਸਾਨ ਨੂੰ ਸਤਿਗੁਰੂ ਜੀ ਨੇ ਤਾਰਨਾ ਹੁੰਦਾ, ਉਹਦੇ ਤੱਕ ਪਹੁੰਚਣ ਦਾ। ਜੇ ਕਦੇ ਮਨ ਵਿੱਚ ਖਿਆਲ ਆਇਆ, ਮਹਾਰਾਜ ਮੁਸਲਮਾਨਾਂ ਦੇ ਘਰ ਜੰਮਿਆ, ਮੱਕੇ ਦੀ ਜ਼ਿਆਰਤ ਕੀਤੀ ਨਹੀਂ ਹਾਲੇ ਤੱਕ, ਬਾਬਾ ਤੇਰੇ ਨਾਲ ਹੀ ਘੁੰਮਦਾ ਰਿਹਾ, ਤਾਂ ਉਸ ਵੇਲੇ ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨੇ ਆਪਾਂ ਪੂਰਬ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਫਿਰਦੇ ਆ, ਤੇ ਮੱਕਾ ਕਾਬਾ ਉਹ ਤਾਂ ਪੱਛਮ ਦਿਸ਼ਾ ਵਿੱਚ ਹੈ। ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਅੱਲਾਹ ਦਾ ਮੁਕਾਮ ਤਾਂ ਤੇਰੇ ਧਰਮ ਵਾਲੇ ਪੱਛਮ ਦੇ ਵਿੱਚ, ਕਾਬੇ ਦੇ ਵਿੱਚ ਮੰਨਦੇ ਆ। ਤੇ ਆਪਾਂ ਤਾਂ ਬਹੁਤ ਦੂਰ ਫਿਰਦੇ ਆ। ਹੱਥ ਜੋੜੇ ਬਾਬਾ ਜੀਓ, ਆਪ ਜੀ ਦੇ ਸਭ ਕੁਝ ਵਸ ਵਿੱਚ ਹੈ, ਕੀ ਨਹੀਂ ਕਰ ਸਕਦੇ ਤੁਸੀਂ। ਹਰਨ ਭਰਨ ਜਾ ਕਾ ਨੇਤਰ ਫੋਰ। ਅੱਖ ਝਮਕਦਿਆਂ ਤੁਸੀਂ ਸ੍ਰਿਸ਼ਟੀ ਦੀ ਪਰਲੇ ਕਰ ਦਿਓ, ਅੱਖ ਝਮਕਦਿਆਂ ਨਵੀਆਂ ਸ੍ਰਿਸ਼ਟੀਆਂ ਬਣਾ ਦਿਓ। ਤੁਹਾਡੇ ਵਾਸਤੇ ਕੋਈ ਔਖਾ ਕੰਮ ਨਹੀਂ। ਜਦੋਂ ਸ਼ਰਧਾ ਨਾਲ ਕੀਤੀ ਬੇਨਤੀ, ਸਤਿਗੁਰੂ ਕਹਿੰਦੇ, ਭਾਈ ਮਰਦਾਨੇ ਕਰ ਬੰਦ ਅੱਖਾਂ। ਅੱਖਾਂ ਬੰਦ ਕੀਤੀਆਂ, ਕੀ ਵੇਖਦਾ ਭਾਈ ਮਰਦਾਨਾ? ਪੱਛਮ ਦਿਸ਼ਾ ਦੇ ਵਿੱਚ ਸੱਖਰ ਭੱਖਰ ਜਾ ਪਹੁੰਚੇ। ਸਾਡੇ ਵਿਦਵਾਨ ਜਨ ਵੰਡਦੇ ਐ ਸਤਿਗੁਰੂ ਜੀ ਦੀਆਂ ਇਹਨਾਂ ਯਾਤਰਾਵਾਂ ਉਦਾਸੀਆਂ ਨੂੰ। 4 ਯਾਤਰਾਵਾਂ ਕੀਤੀਆਂ,
ਉੱਤਰ ਦੀ, ਦੱਖਣ ਦੀ, ਪੂਰਬ ਦੀ, ਪੱਛਮ ਦੀ। ਪਰ ਜਿਹੜੇ ਸਤਿਗੁਰੂ ਜੀ ਇੱਕ ਪਲ ਇੱਥੇ ਪੂਰਬ ਦੇ ਵਿੱਚ, ਦੂਜੇ ਪਲ ਪੱਛਮ ਵਿੱਚ, ਉਹਨਾਂ ਦੀਆਂ ਉਦਾਸੀਆਂ ਨੂੰ ਕੀ ਵੰਡੇਗੀ ਸਾਡੀ ਦੁਨਿਆਵੀ ਬੁੱਧੀ ਭਾਈ? ਇਹ ਤੇ ਗੁਰੂ ਦੀਆਂ ਗੁਰੂ ਜਾਣੇ। ਸਤਿਗੁਰ ਸੱਚੇ ਪਾਤਸ਼ਾਹ ਬਗਦਾਦ ਦੀ ਧਰਤੀ ਉੱਤੇ ਗਏ, ਜਿੱਥੇ ਸਾਧ ਸੰਗਤ ਜੀ ਪੀਰ ਅਬਦੁਲ ਕਾਦਰ ਜਲਾਨੀ, ਜਿਸ ਦੀ ਸੰਗਿਆ, ਜਿਸ ਦਾ ਤਖੱਲਸ ਸੀ ਦਸਤਗੀਰ। ਇਹ ਦਸਤਗੀਰ ਪੀਰਾਂ ਦੀ ਗੱਦੀ ਸੀ ਇੱਕ। ਜਿੰਨੇ ਗੱਦੀ ਦੇ ਪੀਰ ਹੁੰਦੇ, ਹਰੇਕ ਦੇ ਨਾਮ ਨਾਲ ਦਸਤਗੀਰ ਲੱਗਦਾ। ਇਹ ਦਸਤਗੀਰ ਫਕੀਰ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਗਦਾਦ ਦੇ ਵਿੱਚ ਪਹੁੰਚੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਗ ਨਵਾਜ ਕਰ ਸੁਨ ਸਮਾਨ ਹੁਆ ਜਹਾਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਜਿਹੜੀ ਬਾਂਗ ਦਿੱਤੀ, ਉਹ ਮੁਸਲਮਾਨਾਂ ਵਾਲੀ ਬਾਂਗ ਨਹੀਂ ਸੀ, ਸਤਿਗੁਰੂ ਜੀ ਦਾ ਆਪਣਾ ਜੈਕਾਰਾ ਸੀ। ਔਰ ਪੁਰਾਤਨ ਸਿੰਘ ਹੁਣ ਵੀ ਦਲਾਂ ਪੰਥਾਂ ਦੇ ਵਿੱਚ ਸਤਿਗੁਰੂ ਜੀ ਦਾ ਉਹ ਜੈਕਾਰਾ ਗਜਾਉਂਦੇ ਐ। ਕੀ ਕਿਹਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ? ਕਿਹੜੀ ਬਾਂਗ ਦਿੱਤੀ? ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ ਘਰ ਘਰ ਪ੍ਰਣਾਮ, ਪ੍ਰਭ ਕਿਰਪਾਲ ਜੋ ਸਰਬ ਜੀਵਾ। ਇਹ ਬਾਂਗ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ। ਗੁਰਬਰ ਅਕਾਲ ਦਾ ਮਤਲਬ ਕੀ ਹੈ? ਕਿ ਗੁਰੂ ਬਰ ਕਹੀਏ ਬਰਾਬਰ ਹੈ ਅਕਾਲ ਪੁਰਖ ਦੇ। ਗੁਰੂ ਦਾ ਦਰਜਾ ਅਕਾਲ ਪੁਰਖ ਦੇ ਬਰਾਬਰ ਹੈ। ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ ਘਰ ਘਰ ਪ੍ਰਣਾਮ। ਇਹ ਬਾਂਗ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤੀ। ਇਕੱਠੇ ਹੋ ਕੇ ਆ ਗਏ ਸਾਰੇ। ਤੇ ਇਤਿਹਾਸ ਮੈਂ ਸੰਖੇਪ ਹੀ ਕਰਾਂ। ਸਤਿਗੁਰੂ ਜੀ ਨੇ ਜਦੋਂ ਸ਼ਬਦ ਉਚਾਰਿਆ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਉਹ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਪੈਰੋਕਾਰ ਪੀਰ ਕਹਿੰਦੇ ਬਾਬਾ ਕਿਉਂ ਝੂਠ ਬੋਲਦਾ ਹੈ? ਮੁਹੰਮਦ ਸਾਹਿਬ ਨੇ ਤਾਂ 7 ਪਾਤਾਲ ਤੇ 7 ਆਕਾਸ਼ 14 ਤਬਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਝੂਠ ਬੋਲਦੇ ਹੋ? ਸਤਿਗੁਰੂ ਕਹਿੰਦੇ ਨਾ ਮੈਂ ਝੂਠਾ ਤੇ ਨਾ ਮੁਹੰਮਦ ਸਾਹਿਬ ਝੂਠੇ। ਜਿੰਨੀ ਜਿਹਦੀ ਪਹੁੰਚ ਪਾਈ ਉਹਨੇ ਉਹਨਾਂ ਦੱਸ ਦਿੱਤਾ। ਸਾਨੂੰ ਲੱਖਾਂ ਦਿਖ ਰਹੇ ਆ ਮਹਾਰਾਜ, ਯਕੀਨ ਕਿਵੇਂ ਹੋਵੇ? ਕਹਿੰਦੇ ਆਪਣੇ ਪੁੱਤਰ ਨੂੰ, ਆਪਣੇ ਚੇਲੇ ਨੂੰ ਨਾਲ ਭੇਜ। ਸਤਿਗੁਰੂ ਜੀ ਨੇ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਘੁਮਾਤਾ। ਐਨ ਥੱਕ ਹਾਰ ਕੇ ਕਹਿੰਦਾ ਬਾਬਾ ਜੀ ਬਹੁਤ ਦੇਖ ਲਏ, ਚੱਲੋ। ਉੱਥੋਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਅਕਾਲ ਪੁਰਖ ਦੇ ਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਪੀਰ ਦੇ ਲੜਕੇ ਨੂੰ ਜਾਂ ਚੇਲੇ ਨੂੰ ਨਾਲ ਦਵਾਈ। ਉਹ ਸ਼ਰਧਾਲੂ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣ ਨਾ ਦੇਵੇ। ਗੁਰੂ ਸਾਹਿਬ ਕਹਿੰਦੇ ਜਾਣਾ ਹੈ, ਬਹੁਤ ਜ਼ਰੂਰੀ ਕਾਰਜ ਹੈ। ਸਤਿਗੁਰੂ ਜੀ ਮੱਲੋ ਜ਼ੋਰੀ ਉੱਥੋਂ ਤੁਰ ਪਏ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਇੰਨੀ ਸ਼ਰਧਾ ਨਾਲ ਰੱਖਦੇ ਸੀ, ਰੁਕ ਜਾਂਦੇ ਕੁਝ ਦੇਰ। ਕੀ ਘਰ ਜਾਣ ਦੀ ਕਾਹਲੀ ਹੈ? ਘਰ ਜਾਂਦੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਮਜ਼ਾਕ ਕਰਦੇ ਹੋਏ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਬਸ ਘਰ ਜਾਣ ਦੀ ਕਾਹਲੀ ਲੱਗੀ ਰਹਿੰਦੀ ਹੈ ਤੈਨੂੰ, ਜਦੋਂ ਗੱਲ ਕਰਦਾ ਘਰ ਜਾਣਾ ਘਰ ਜਾਣਾ। ਕਹਿੰਦੇ ਲੈ ਹੁਣ ਤੂੰ ਪੱਕਾ ਹੀ ਆਪਣੇ ਘਰ ਚਲਿਆ ਜਾਏਗਾ ਤੇ ਦੁਬਾਰਾ ਫਿਰ ਕਹਿੰਦੇ ਤੂੰ ਸਾਡੇ ਕੋਲੇ ਇੱਧਰ ਨਹੀਂ ਮੁੜ ਕੇ ਆਏਗਾ ਦੁਨਿਆਵੀ ਯਾਤਰਾ ਦੇ ਉੱਤੇ। ਮਹਾਰਾਜ ਸਮਝਿਆ ਨਹੀਂ। ਕਹਿੰਦੇ ਭਾਈ ਦੁਨਿਆਵੀ ਘਰੇ ਨਹੀਂ ਜਾਏਗਾ, ਹੁਣ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਘਰ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਨਿਤ ਬਚਨ ਸੁਣਦਾ ਸੀ ਭਾਈ ਮਰਦਾਨਾ, ਸ਼ਰਧਾ ਸੀ। ਇਹ ਜੋ ਕਹਿੰਦੇ ਆ ਸੱਤ ਕਹਿੰਦੇ ਆ। ਮਹਾਰਾਜ ਇਹ ਤਾਂ ਮੈਂ ਜਾਣ ਲਿਆ, ਅੰਤਮ ਸਮਾਂ ਆ ਗਿਆ, ਰੱਬ ਦੇ ਘਰ ਚਲਿਆ ਜਾਣਾ। ਹੁਣ ਇਹ ਵੀ ਦੱਸ ਦਿਓ ਜਿਹੜੀ ਜਗ੍ਹਾ ਦੇ ਉੱਤੇ ਮੈਂ ਸਵਾਸ ਛੱਡਾਂਗਾ ਜਗ੍ਹਾ ਕਿਹੋ ਜੀ ਹੋਏਗੀ? ਸਤਿਗੁਰੂ ਕਹਿੰਦੇ ਭਾਈ ਮਰਦਾਨਿਆ ਫਿਕਰ ਨਾ ਕਰ, ਤੂੰ ਗੁਰੂ ਘਰ ਦਾ ਕੀਰਤਨੀਆ ਰਬਾਬੀ ਸੰਤ ਹੈ। ਜਿਹੜੀ ਵੀ ਜਗ੍ਹਾ ਤੇ ਛੱਡੇਗਾ ਉਹ ਜਗ੍ਹਾ ਸੁਹਾਵਣੀ ਹੋ ਜਾਵੇਗੀ, ਚੰਗੀ ਜਗ੍ਹਾ ਹੀ ਹੋਏਗੀ ਜਿੱਥੇ ਗੁਰੂ ਨਾਨਕ ਦੇ ਘਰ ਦਾ ਸੰਤ ਸਵਾਸ ਛੱਡੇ। ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਏ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਗੁਰੂ ਨਾਨਕ ਦੇ ਘਰ ਦਾ ਸੰਤ ਹੈ, ਕਾਹਤੋਂ ਫਿਕਰ ਕਰਦਾ ਹੈ? ਮਹਾਰਾਜ ਹੁਣ ਇਹ ਵੀ ਦੱਸ ਦਿਓ ਜਦੋਂ ਸਵਾਸ ਨਿਕਲਣਗੇ ਆਪ ਜੀ ਕੋਲੇ ਹੀ ਹੋਵੋਗੇ ਨਾ? ਸਤਿਗੁਰੂ ਕਹਿੰਦੇ ਫਿਕਰ ਨਾ ਕਰ ਮਰਦਾਨਿਆ, ਬਿਲਕੁਲ ਤੇਰੇ ਕੋਲ ਬੈਠਾਂਗੇ। ਤੀਜਾ ਸਵਾਲ ਕੀਤਾ ਬਾਬਾ ਜੀ ਇਹ ਵੀ ਦੱਸ ਦਿਓ
ਕਿੰਨੇ ਟਾਈਮ ਨੂੰ, ਕਿੰਨੇ ਵਕਤ ਨੂੰ ਮੈਂ ਚੜ੍ਹਾਈ ਕਰ ਜਾਣਾ। ਸਤਿਗੁਰੂ ਜੀ ਕਹਿੰਦੇ ਭਾਈ 5 ਦਿਨ ਰਹਿ ਗਏ, 5 ਦਿਨ। 5ਵੇਂ ਦਿਨ 3 ਘੜੀਆਂ ਰਹਿੰਦੇ ਹੋਏ ਤੈਂ ਸਰੀਰ ਛੱਡ ਜਾਣਾ। 7 ਬਚਨ ਮਹਾਰਾਜ ਬੜਾ ਪ੍ਰਸੰਨ ਹੈ, ਕੋਈ ਮੌਤ ਤੋਂ ਡਰ ਨਹੀਂ, ਬੜਾ ਪ੍ਰਸੰਨ। ਗੁਰੂ ਨਾਲ ਓੜਕ ਤੱਕ ਨਿਭ ਗਈ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤਾ ਰੱਖਿਓ ਚੀਤ। 4 ਦਿਨ ਰਸਤੇ ਵਿੱਚ ਲੱਗੇ, 5ਵੇਂ ਦਿਨ ਖੁਰਮੇ ਨਗਰ ਪਹੁੰਚ ਗਏ। 3 ਘੜੀਆਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਤੇਰੀਆਂ ਰਹਿ ਗਈਆਂ, ਚੱਲ ਕੇ ਤੈਨੂੰ ਬਾਜ਼ਾਰ ਘੁਮਾ ਲਿਆਈਏ, ਤੇਰਾ ਮਨ ਬਹੁਤਾ ਹੀ ਕਰਦਾ ਹੁੰਦਾ ਸੀ। ਬਾਬਾ ਉਜਾੜਾਂ ਵਿੱਚ ਲਈ ਫਿਰਦਾ, ਆ ਜੰਗਲਾਂ ਵਿੱਚ ਪਹਾੜਾਂ ਵਿੱਚ ਤੋਰੀ ਫਿਰਦਾ, ਕਿਤੇ ਘੁੱਗ ਵਸਦੇ ਸ਼ਹਿਰਾਂ ਵਿੱਚ ਵੀ ਲੈ ਜਾਇਆ ਕਰ, ਚੱਲ ਤੇਰੀ ਆ ਇੱਛਾ ਵੀ ਪੂਰੀ ਕਰ ਦਈਏ। ਬਾਜ਼ਾਰ ਵਿੱਚ ਲੈ ਗਏ ਮਹਾਰਾਜ ਸੱਚੇ ਪਾਤਸ਼ਾਹ ਖੁਰਮੇ ਨਗਰ ਦੇ। ਭਾਈ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਾ ਸਾਰੀ ਉਮਰ ਭੁੱਖ ਕਰਦਾ ਰਿਹਾ, ਜਦੋਂ ਗੱਲ ਕਰਦੇ ਸੀ ਮਹਾਰਾਜ ਭੁੱਖ ਲੱਗੀ ਆ, ਮਰ ਗਿਆ ਭੁੱਖਾ, ਕਹਿੰਦੇ ਲੈ ਤੇਰਾ ਥੋੜਾ ਜਿਹਾ ਅੰਨ ਪਾਣੀ ਰਹਿੰਦਾ ਉਹ ਵੀ ਛਕ ਲੈ। ਮਹਾਰਾਜ ਨੇ ਆਪਣੇ ਹੱਥੀਂ ਖਜੂਰਾਂ ਖਰੀਦ ਕੇ ਦਿੱਤੀਆਂ। ਖੁਰਮੇ ਲਿਖਿਆ ਇਤਿਹਾਸ ਵਿੱਚ, ਖੁਰਮਾ ਨਗਰ ਦਾ ਵੀ ਨਾਂ ਤੇ ਖੁਰਮੇ ਖਜੂਰਾਂ ਨੂੰ ਵੀ ਕਹਿੰਦੇ ਆ। ਮਹਾਰਾਜ ਨੇ ਖੁਰਮੇ ਛਕਾਏ, ਕਹਿੰਦੇ ਛਕ ਲੈ। ਛਕ ਕੇ ਭਾਈ ਮਰਦਾਨੇ ਨੂੰ ਨੀਮ ਬੇਹੋਸ਼ੀ ਜੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਇੱਕ ਦਰਖਤ ਹੇਠਾਂ ਬੈਠੇ, ਭਾਈ ਮਰਦਾਨਾ ਜੀ ਕੋਲੇ, ਮਹਾਰਾਜ ਕੁਝ ਠੀਕ ਨਹੀਂ ਲੱਗ ਰਿਹਾ। ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਪਾ ਲਿਆ। ਇਹ ਨੀਮ ਬੇਹੋਸ਼ੀ ਵਿੱਚ ਜਾਗੋ ਮਿੱਟੀ ਵਿੱਚ ਭਾਈ ਮਰਦਾਨੇ ਨੂੰ ਇੱਕ ਖਿਆਲ ਆਉਂਦਾ ਹੈ। ਕੀ ਦੇਖਦੇ ਆ ਸਤਿਗੁਰੂ ਨੇ, ਕੀ ਦ੍ਰਿਸ਼ ਦਿਖਾਇਆ ਵੀ ਜਿਹੜੇ ਪ੍ਰਾਣੀ ਚੜ੍ਹਾਈ ਕਰਦੇ ਉਹਨਾਂ ਨੂੰ ਇੱਥੇ ਦੱਬਿਆ ਜਾਂਦਾ ਨਾ ਧਰਤੀ ਵਿੱਚ, ਕਬਰਾਂ ਵਿੱਚ। ਦਰਗਾਹ ਦਾ ਦ੍ਰਿਸ਼ ਦਿਖਾਈ ਦਿੱਤਾ। ਦਰਗਾਹ ਵਿੱਚ ਉਹਨਾਂ ਨੂੰ ਕੱਢ ਕੇ ਨਾ ਸੰਸਕਾਰ ਕਰ ਰਹੇ ਆ, ਉਹਨਾਂ ਦਾ ਅਗਨ ਭੇਟ ਕਰ ਰਹੇ ਆ, ਸੰਸਕਾਰ ਰਹੇ ਆ ਉਹਨਾਂ ਨੂੰ। ਬੜਾ ਡਰ ਗਿਆ, ਅੱਖਾਂ ਖੋਲੀਆਂ, ਬਾਬਾ ਜੀ ਆਹ ਕੀ ਦੇਖਿਆ, ਮੇਰੀ ਇੱਕ ਇੱਛਾ ਪੂਰੀ ਕਰ ਦਿਓ। ਆ ਬਾਅਦ ਵਿੱਚ ਵੀ ਕਬਰ ਵਿੱਚੋਂ ਕੱਢ ਕੇ ਉੱਥੇ ਸਾੜਨਾ ਹੀ ਹੈ ਦਰਗਾਹ ਵਿੱਚ। ਆਪ ਜੀ ਆਪਣੇ ਹੱਥੀਂ ਮੇਰਾ ਸੰਸਕਾਰ ਕਰ ਦਿਓ। ਇਸਲਾਮ ਵਿੱਚ ਸੰਗਤ ਜੀ ਸਰੀਰ ਨੂੰ ਧਰਤੀ ਵਿੱਚ ਦਫਨਾਇਆ ਜਾਂਦਾ। ਜੇ ਕਿਸੇ ਦਾ ਸਰੀਰ ਅਗਨ ਭੇਟ ਹੋ ਵੀ ਜਾਵੇ ਨਾ ਮੁਸਲਮਾਨ ਦਾ, ਉਹਨੂੰ ਨਾਪਾਕ ਗਿਣਦਾ ਇਸਲਾਮ, ਸ਼ਰ੍ਹਾ ਉਹਨਾਂ ਦੀ, ਵੀ ਇਹ ਆਪਵਿੱਤਰ ਹੋ ਗਿਆ। ਸਤਿਗੁਰੂ ਕਹਿੰਦੇ ਭਾਈ ਮਰਦਾਨੇ ਤੇਰੇ ਧਰਮ ਦੇ ਵਿੱਚ ਤਾਂ ਇਹ ਨਾਪਾਕ ਗਿਣਿਆ ਜਾਂਦਾ। ਕਹਿੰਦਾ ਮਹਾਰਾਜ ਸਾਰੀ ਉਮਰ ਤੁਹਾਡੇ ਨਾਲ ਰਿਹਾ, ਤੁਸੀਂ ਇੰਨਿਆਂ ਨੂੰ ਸਿੱਖ ਬਣਾਇਆ, ਮੈਨੂੰ ਸਿੱਖ ਹੀ ਨਹੀਂ ਬਣਾਇਆ ਹਾਲੇ ਤੱਕ। ਤੁਸੀਂ ਕਿਰਪਾ ਕਰੋ ਮੇਰਾ ਤਾਂ ਸੰਸਕਾਰ ਕਰਿਓ। ਸਤਿਗੁਰੂ ਕਹਿੰਦੇ ਠੀਕ ਆ ਭਾਈ। ਸਤਿਗੁਰੂ ਕਹਿੰਦੇ ਭਾਈ ਮਰਦਾਨੇ ਕਿਹੋ ਜਿਹਾ ਮਹਿਸੂਸ ਹੋ ਰਿਹਾ। ਅੰਤਮ ਸਮੇਂ ਸਤਿਗੁਰੂ ਨੇ ਸਾਰੀ ਮੋਹ ਮਾਇਆ ਚੱਕ ਦਿੱਤੀ, ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ, ਖੁੱਲੇ ਭੰਡਾਰੇ ਬਖਸ਼ਤੇ ਭਾਈ ਮਰਦਾਨੇ ਨੂੰ। ਕਹਿੰਦਾ ਮਹਾਰਾਜ ਸਵਾਸਾਂ ਦੀ ਗੰਢ ਖੁੱਲ ਰਹੀ ਹੈ ਨਾਭੀ ਵਿੱਚ, ਕਿਉਂਕਿ ਇੱਥੇ ਸਵਾਸਾਂ ਦੀ ਗੰਢ ਵੱਜੀ ਹੁੰਦੀ ਹੈ। ਮਾਤਾ ਦੇ ਗਰਭ ਦੇ ਵਿੱਚ ਵੀ ਬੱਚੇ ਨੂੰ ਨਾਭੀ ਦੇ ਰਾਹੀਂ ਖੁਰਾਕ ਮਿਲਦੀ ਹੈ। ਔਰ ਸਾਡਾ ਸਵਾਸ ਜਾਂ ਜਿਹੜੀ ਆਵਾਜ਼ ਅਸੀਂ ਬੋਲਦੇ ਹਾਂ, ਧਵਨੀ ਜਾਂ ਧੁਨੀ, ਇਹਨੂੰ ਤਾਂ ਕਹਿੰਦੇ ਆ ਕਿਉਂਕਿ ਸਾਡੀ ਨਾਭੀ ਧੁਨੀ ਤੋਂ ਉਤਪੰਨ ਹੁੰਦੀ ਹੈ। ਕੱਲਾ ਸਾਡਾ ਗਲਾ ਨਹੀਂ ਬੋਲਦਾ, ਇੱਥੋਂ ਹਵਾ ਉੱਠ ਕੇ ਨਾਭੀ ਧੁਨੀ ਦੇ ਵਿੱਚੋਂ ਸਾਡੇ ਗਲੇ ਨਾਲ ਆ ਕੇ ਟਕਰਾਉਂਦੀ ਹੈ। ਜ਼ੁਬਾਨ ਦੇ ਮਾਧਿਅਮ ਦੇ ਰਾਹੀਂ ਬਚਨ ਬੋਲ ਬਣਦੇ ਆ, ਬਾਣੀ ਜਿਹੜੀ ਆਪਾਂ ਬੋਲਦੇ ਹਾਂ। ਤੇ ਖਾਲਸਾ ਜੀ ਸਤਿਗੁਰੂ ਦੀ ਬਾਣੀ ਦੀ ਗਵਾਹੀ ਹੈ ਵੀ 6 ਮਹੀਨੇ ਬੱਚੇ ਦਾ ਸਰੀਰ ਕੰਪਲੀਟ ਬਣਨ ਦੇ ਵਿੱਚ ਮਾਤਾ ਦੇ ਪੇਟ ਵਿੱਚ ਵਾਹਿਗੁਰੂ ਲਾਉਂਦਾ ਹੈ। ਇਹ ਸਵਾਸਾਂ ਦੀ ਜਿਹੜੀ ਗੰਢ 72000 ਨਾੜੀਆਂ ਦੀ ਗੰਢ ਹੈ ਨਾ, ਜਿਹੜੀ ਇੱਥੇ 72000 ਨਾੜੀਆਂ ਦਾ ਕੇਂਦਰ ਹੈ, ਜਿਹੜੀ ਧੁਨੀ ਹੈ ਸਾਡੀ। ਕਿਸੇ ਬੰਦੇ ਨੂੰ ਗੋਲੀ ਮਾਰ ਦਿਓ, ਕਿਸੇ ਸਰੀਰ ਦੇ ਹੋਰ ਅੰਗ 'ਚ ਹੋ ਸਕਦਾ ਬਚ ਜਾਏ ਵਧੀ ਕਰਕੇ, ਪਰ ਆ ਸਾਡੀ ਨਾਭੀ ਇੰਨਾ ਕੋਮਲ ਅੰਗ, 72000 ਨਾੜੀਆਂ ਦਾ ਸੰਗਮ ਹੁੰਦਾ। ਛੋਟੀ ਜੀ ਸੂਈ ਵੀ ਮਾਰ ਦਿਓ ਨਾ, ਬੰਦਾ ਬਚਦਾ ਨਹੀਂ, ਚੜ੍ਹਾਈ ਕਰ ਜਾਵੇਗਾ। ਸਵਾਸਾਂ ਦੀ ਗੰਢ 72000 ਨਾੜੀਆਂ ਦਾ ਇਕੱਠ ਹੈ ਇੱਥੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਗੰਢੇਂਦਿਆਂ 6 ਮਾਹ ਤੁੜੰਦਿਆਂ ਇੱਕ ਖਿਨ। ਕਹਿੰਦੇ ਗੰਢਦਿਆਂ ਵਾਹਿਗੁਰੂ 6 ਮਹੀਨੇ ਲਾ ਦਿੰਦਾ ਆ ਸਰੀਰ ਨੂੰ। ਤੇ ਜਦੋਂ ਆ ਨਾਭੀ ਵਿੱਚੋਂ ਸਵਾਸਾਂ ਦੀ ਗੰਢ ਖੋਲਣੀਆਂ ਤੇ ਇੱਕ ਖਿਣ ਦੇ ਵਿੱਚ ਹੀ ਤੋੜ ਦਿੰਦਾ ਸਭ ਕੁਝ। ਸਭ ਬੰਧਨ ਇਥੋਂ ਕੱਟੇ ਜਾਂਦੇ ਆ, ਸਭ ਤਰ੍ਹਾਂ ਦੀਆਂ ਨਾੜੀਆਂ ਦੀ ਗੰਢ ਖੁੱਲਦੀ, ਪ੍ਰਾਣ ਪੰਖੇਰੂ ਉੱਡ ਜਾਂਦੇ ਆ। ਭਾਈ ਮਰਦਾਨਾ ਸਾਰਾ ਦ੍ਰਿਸ਼ ਦੇਖ ਰਿਹਾ, ਸਤਿਗੁਰੂ ਜੀ ਨੂੰ ਦੱਸ ਰਿਹਾ ਮਹਾਰਾਜ ਹੁਣ ਆ ਸਵਾਸਾਂ ਦੀ ਗੰਢ ਖੁੱਲ ਚੁੱਕੀ ਹੈ।
ਸਵਾਸ ਘਟਦੇ ਜਾ ਰਹੇ ਆ। ਮਹਾਰਾਜ ਕਹਿੰਦੇ ਭਾਈ ਮਰਦਾਨੇ ਕਿੰਨੇ ਸਵਾਸ ਰਹਿ ਗਏ ਤੇਰੇ? ਕਹਿੰਦਾ ਮਹਾਰਾਜ ਗਿਣਤੀ ਦੇ ਬਸ 9 ਹੀ ਰਹਿ ਗਏ। ਸਤਿਗੁਰੂ ਕਹਿੰਦੇ 9 ਰਹਿ ਗਏ। ਭਾਈ ਬਾਲੇ ਨੂੰ ਕਹਿੰਦੇ ਭਾਈ ਗਿਣਤੀ ਸ਼ੁਰੂ ਕਰ ਦੇ। ਮਹਾਰਾਜ ਗਿਣ ਲਓ, ਸੱਚ ਬੋਲਦਾ 9 ਹੀ ਰਹਿ ਗਏ। ਸਤਿਗੁਰੂ ਨੂੰ ਪੁੱਛਦਾ ਹੈ ਭਾਈ ਮਰਦਾਨਾ, ਮਹਾਰਾਜ ਸੱਚੇ ਪਾਤਸ਼ਾਹ ਬਾਬਾ ਤੂੰ ਕੌਣ ਏ? ਕੌਣ ਹੈ ਤੂੰ? ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸਾਂ ਤਲਵੰਡੀ ਦੇ ਬੇਦੀਆਂ ਦਾ ਪੁੱਤ ਨਾਨਕ ਆ। ਮੈਂ ਤਲਵੰਡੀ ਦੇ ਬੇਦੀਆਂ ਦਾ ਪੁੱਤ ਨਾਨਕ। ਨਾ ਮਹਾਰਾਜ ਤੁਸੀਂ ਬੇਦੀਆਂ ਦੇ ਪੁੱਤ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੂੰ ਸਾਖਸ਼ਾਤ ਖੁਦਾ ਹੈ। ਬਾਬਾ ਤੂੰ ਰੱਬ ਹਾਈ, ਬਾਬਾ ਤੂੰ ਖੁਦਾ ਹਾਈ। ਲਹਿੰਦੀ ਮੁਲਤਾਨੀ ਬੋਲੀ ਵਿੱਚ ਬਾਬਾ ਤੂੰ ਰੱਬ ਹੈ, ਤੂੰ ਖੁਦਾ ਹੈ। ਸਤਿਗੁਰੂ ਕਹਿੰਦੇ ਨਾ ਭਾਈ ਅਸੀਂ ਖੁਦਾ ਨਹੀਂ, ਅਸਾਂ ਖੁਦਾ ਨਹੀਂ। ਇਹਨਾਂ ਬਚਨਾਂ ਨੂੰ ਕਹਿੰਦੇ ਇੱਥੇ ਹੀ ਰੋਕ ਲੈ, ਇਹ ਬਚਨ ਨਾ ਕਰ। ਕਿਉਂ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਖੁਦਾ ਨਹੀਂ ਮਹਾਰਾਜ, ਜੇ ਤੁਸੀਂ ਖੁਦਾ ਨਹੀਂ ਤੇ ਬਾਬਾ ਤੂੰ ਪਰਮੇਸ਼ਰ ਦਾ ਡੂਮ ਆਹੀ। ਮਹਾਰਾਜ ਤੂੰ ਰੱਬ ਦਾ ਮਰਾਸੀ ਹੈ। ਭਾਈ ਮਰਦਾਨਾ ਜੀ ਕਹਿੰਦੇ ਤੇ ਕਹਿੰਦੇ ਮੈਂ ਤੇਰਾ ਡੂਮ ਆਹੀ। ਮੈਂ ਤੇਰਾ ਡੂਮ, ਤੂੰ ਰੱਬ ਦਾ ਡੂਮ, ਮੈਂ ਤੇਰਾ ਡੂਮ। ਭਾਈ ਬਾਲਾ ਜੀ ਸਵਾਸ ਗਿਣਦੇ ਘਟਦੇ ਜਾਂਦੇ ਐ। ਉਧਰ ਭਾਈ ਮਰਦਾਨਾ ਸਤਿਗੁਰੂ ਜੀ ਦੀ ਗੋਦ ਵਿੱਚ ਪਿਆ। ਸਤਿਗੁਰੂ ਜੀ ਮੋਢੇ ਘੁੱਟ ਰਹੇ ਐ, ਪਿਆਰ ਦੇ ਨਾਲ ਚਿਹਰੇ ਦੇ ਉੱਤੇ ਹੱਥ ਚਿਹਰਾ ਪਲੋਸ ਰਹੇ ਐ। ਕੋਈ ਹੋਊਗਾ ਐਡਾ ਵੱਡਾ ਵਡਭਾਗਾ ਗੁਰਸਿੱਖ ਭਾਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਸਵਾਸ ਨਿਕਲਣ? ਉਹ ਬ੍ਰਹਮ ਗਿਆਨੀ ਸੰਤ ਭਾਈ ਮਰਦਾਨਾ ਜੀ ਦਾ ਅੱਜ ਗੁਰਪੁਰੀ ਪਿਆਨਾ ਦਾ ਦਿਨ ਹੈ। ਸਵਾਸ ਘਟਦੇ ਗਏ, ਭਾਈ ਬਾਲਾ ਜੀ ਗਿਣਦੇ ਗਏ ਤੇ ਭਾਈ ਮਰਦਾਨਾ ਜੀ ਕਹਿੰਦੇ ਗਏ ਬਾਬਾ ਤੂੰ ਸਾਖਸ਼ਾਤ ਖੁਦਾ ਹੈ, ਬਾਬਾ ਤੂੰ ਰੱਬ ਆਹੀ, ਬਾਬਾ ਤੂੰ ਖੁਦਾ ਆਹੀ। ਤੂੰ ਰੱਬ ਹੈ, ਤੂੰ ਖੁਦਾ ਹੈ। ਸਤਿਗੁਰੂ ਕਹਿੰਦੇ ਜਾਂਦੀ ਵੇਰ ਕੁਝ ਮੰਗਣਾ ਮੰਗ ਲੈ। ਬੇਨਤੀ ਕੀਤੀ ਹੱਥ ਜੋੜ ਕੇ ਮਹਾਰਾਜ ਅਸਾਂ ਨੂੰ ਤੁਸਾਂ ਨਾਲੋਂ ਵਿਛੋੜਨਾ ਨਹੀਂ, ਚਰਨਾਂ ਵਿੱਚ ਰੱਖਣ। ਸਤਿਗੁਰੂ ਕਹਿੰਦੇ ਸਤ ਬਚਨ ਸਤ ਕਰਤਾਰ। ਇੱਧਰ ਸਤਿਗੁਰੂ ਨੇ ਸਤ ਕਰਤਾਰ ਆਖਿਆ। ਭਾਈ ਮਰਦਾਨੇ ਦੇ 9 ਸਵਾਸ ਪੂਰੇ ਹੋਏ। ਭਾਈ ਬਾਲਾ ਜੀ ਭਾਈ ਮਰਦਾਨੇ ਦੇ ਤਨ ਨੂੰ ਹੱਥ ਲਾ ਕੇ ਵੇਖਦੇ ਹੈ। ਸਤਿਗੁਰੂ ਕਹਿੰਦੇ ਭਾਈ ਬਾਲੇ ਕੀ ਡਿੱਠਾ? ਕਹਿਣ ਲੱਗਾ ਮਹਾਰਾਜ ਪੂਰਾ ਹੋਏ ਗਿਆ, ਇਹ ਤੇ ਪੂਰਾ ਹੋ ਗਿਆ। ਸਤਿਗੁਰੂ ਕਹਿੰਦੇ ਚੱਲ ਸਾਡਾ ਬਚਪਨ ਦਾ ਸਾਥੀ ਸੀ, ਨਿਭਾ ਗਿਆ ਸਾਡੇ ਨਾਲ ਚਿਖਾ ਚਿਣੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲੇ ਨੇ ਆਪ ਚਿਖਾ ਚਿਣੀ। ਭਾਈ ਮਰਦਾਨਾ ਜੀ ਦਾ ਸੰਸਕਾਰ ਆਪਣੇ ਹੱਥੀ ਗੁਰੂ ਬਾਬਾ ਜੀ ਨੇ ਕੀਤਾ। ਉਹ ਭਾਈ ਬਾਲਾ ਜਿਨ੍ਹਾਂ ਨੇ ਮਹਾਨ ਕੀਰਤਨ ਦੀ ਦਾਤ, ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਹੋਏ। ਤੇ ਅੱਜ ਵੀ ਖਾਲਸਾ ਜੀ ਭਾਈ ਮਰਦਾਨਾ ਕਿਤੇ ਗਏ ਨਹੀਂ। ਸਤਿਗੁਰੂ ਨੇ ਬਚਨ ਕੀਤਾ ਸੀ ਨਾ ਮਰਦਾ ਨਾ, ਤੇ ਖਾਲਸਾ ਜੀ ਅਮਰ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਸ਼ੁਭਾਇਮਾਨ ਹੈ। ਉਵੇਂ ਹੀ ਕੀਰਤਨ ਕਰ ਰਹੇ ਆ। ਅੱਜ ਜਦੋਂ ਆਪਾਂ ਸਟੇਜ ਦੇ ਉੱਤੇ ਬੈਠੇ ਰਾਗੀ ਸਿੰਘਾਂ ਤੋਂ, ਕੀਰਤਨੀਆਂ ਤੋਂ ਗੁਰੂ ਕੀ ਬਾਣੀ ਦਾ, ਸੱਚ ਕੀ ਬਾਣੀ ਦਾ ਕੀਰਤਨ ਸੁਣਦੇ ਆ ਨਾ ਭਾਈ, ਉਸ ਵੇਲੇ ਕਿਸੇ ਵਿੱਚ ਆਪਣੇ ਵਿੱਚ ਇਹ ਜ਼ੋਰ ਨਹੀਂ, ਸ਼ਕਤੀ ਨਹੀਂ, ਪਾਵਰ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਤਬਲਾ ਵਜਾ ਲਵੇ, ਆਪਣੀ ਮਰਜ਼ੀ ਨਾਲ ਤੰਤੀ ਸਾਜ਼ ਵਜਾ ਲੇ, ਹਾਰਮੋਨੀਅਮ ਵਜਾ ਲੇ। ਨਹੀਂ, ਭਾਈ ਮਰਦਾਨਾ ਜੀ ਇਉਂ ਹੱਥ ਕਰਕੇ ਬੈਠੇ ਹੁੰਦੇ ਆ ਵੀ ਵਜਾਓ। ਭਾਈ ਮਰਦਾਨਾ ਜੀ ਵਜਾਉਂਦੇ ਆ, ਰਾਗੀ ਸਿੰਘ ਨਹੀਂ ਵਜਾਉਂਦੇ। ਜਿਹੜੀ ਬਾਣੀ ਉਚਾਰੀ ਜਾ ਰਹੀ ਹੁੰਦੀ ਆ ਨਾ, ਉਹ ਖਾਲਸਾ ਜੀ ਰਾਗੀ ਸਿੰਘ ਕੀਰਤਨ ਨਹੀਂ ਕਰ ਰਹੇ ਹੁੰਦੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਧੁਰ ਕੀ ਬਾਣੀ ਆਈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਮੁਖ ਤੋਂ ਬਚਨ ਕਹਾ ਰਹੇ ਹੁੰਦੇ ਆ। ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ। ਸੋ ਉਹ ਭਾਈ ਮਰਦਾਨਾ ਜੀ ਨੂੰ ਕੋਟ ਕੋਟ ਨਮਸਕਾਰ ਉਸ ਮਹਾਂਪੁਰਖ ਦੇ ਚਰਨਾਂ ਦੇ ਵਿੱਚ। ਆਓ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਅੱਗੇ ਆਪਾਂ ਕਥਾ ਨੂੰ ਤੋਰੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਮਾਲਵੇ ਨੂੰ ਮਾਲੋ ਮਾਲ ਕਰਕੇ ਦੱਖਣ ਦੇਸ਼ ਵੱਲ ਨੂੰ ਪਿਆਨਾ ਕੀਤਾ। ਪੜਾਅ ਦਰ ਪੜਾਅ ਸਤਿਗੁਰੂ ਜੀ ਗਏ। ਸਰਸੇ ਤੋਂ ਇਹ ਭਾਈ ਡੱਲਾ ਸਿੰਘ ਰਾਤ ਨੂੰ ਭੱਜ ਆਇਆ ਚੋਰੀ, ਨਾਲ ਕਈ ਬਰਾੜਾਂ ਨੂੰ ਹੋਰ ਸੋਢੀਆਂ ਨੂੰ ਵੀ ਨਾਲ ਲੈ ਆਇਆ। ਅੱਗੇ ਸਤਿਗੁਰੂ ਜੀ ਦੇ ਨਾਲ ਭਾਈ ਰਾਮ ਸਿੰਘ, ਭਾਈ ਕੇ ਚੱਕ ਵਾਲਾ, ਭਾਈ ਪਰਮ ਸਿੰਘ, ਧਰਮ ਸਿੰਘ, ਹੋਰ ਗੁਰੂ ਕੇ ਭਾਵਨਾ ਵਾਲੇ ਸਿੱਖ ਜਾ ਰਹੇ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਹੌਰ ਨਗਰ ਪਹੁੰਚੇ। ਉੱਥੇ ਕਬੂਤਰਾਂ ਨੂੰ ਮਾਰ ਕੇ ਫਿਰ ਜਿਉਂਦੇ ਕੀਤਾ ਆਪਣੇ ਬਚਨਾਂ ਦੇ ਨਾਲ। ਇਹ ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਸੁਣਿਆ। ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਛੀਨ ਤਲਾਈ ਵਾਲੀ ਜਗ੍ਹਾ, ਉੱਥੋਂ ਅੱਗੇ ਬਿਆਨਾ ਕਰਦੇ ਜਿਵੇਂ ਇਤਿਹਾਸ ਆ ਰਿਹਾ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਾਤੋਦ ਕਰ ਸੋ ਇਸ਼ਨਾਨਾ। ਜਦੋਂ ਪ੍ਰਾਤ ਹੋਈ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਨੇ ਸ਼ੌਚਾਚਾਰ ਕੀਤਾ, ਇਸ਼ਨਾਨ ਕੀਤਾ। ਛੱਡ ਕਿਕਾਨ ਪਰ ਕਰਿਓ ਪਿਆਨਾ। ਸਤਿਗੁਰੂ ਜੀ ਆਪਣੇ ਕਿਕਾਨ ਨਾਮ ਘੋੜੇ ਦਾ ਹੈ, ਘੋੜੇ ਉੱਪਰ ਚੜ ਕੇ ਸਤਿਗੁਰੂ ਜੀ ਨੇ ਪਿਆਨਾ ਕੀਤਾ, ਚਾਲਾ ਮਾਰਿਆ। ਜਦ ਕਾਲ ਸੇ ਕੋ ਦਲ ਸਾਥ। ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਦਾ ਦਲ, ਖਾਲਸੇ ਦਾ ਦਲ ਜਾ ਰਿਹਾ ਹੈ। ਉਸ ਅਸ਼ਟ ਦਸ ਪਹੁੰਚੇ ਨਾਥ। ਸਤਿਗੁਰੂ ਜੀ 18 ਕੋ ਚਲੇ ਗਏ। ਬਹੁਤ ਲੰਮਾ ਪੈਂਡਾ ਤੈਅ ਕਰ ਲਿਆ। ਅਸ਼ਟ ਤੇ 10, 8 ਅਤੇ 10, 18 ਕੋ ਜਾ ਪਹੁੰਚੇ। ਨਗਰ ਭਾਦਰਾ ਤਰੀ ਜਾਈ। ਇਹ ਨਾਹੌਰ ਤੋਂ ਭਾਦੜਾ ਨਗਰ, ਜਿਹੜਾ ਭਾਦਰਾ ਨਗਰ ਹੈ, ਉੱਥੇ ਪਹੁੰਚ ਗਏ 18 ਕੋਹ ਦੀ ਦੂਰੀ ਤੇ। ਸ਼ਰਮਤ ਬੀਨ ਪਹੁੰਚਿਓ ਆਈ। ਸਾਰਾ ਵਹੀਰ, ਕਿਉਂਕਿ ਕੁਝ ਪੈਦਲ ਸਿੰਘ ਵੀ ਸਤਿਗੁਰੂ ਜੀ ਦੇ ਨਾਲ ਸੀ, ਹੌਲੀ ਹੌਲੀ ਸਾਰੇ ਥੱਕੇ ਟੁੱਟੇ ਹੋਏ ਪਹੁੰਚ ਗਏ। ਤ੍ਰਿਣ ਦਾਣਾ ਗਣਦੀਨ ਨਿਹਾਰੀ। ਸਾਰਿਆਂ ਨੇ ਘੋੜਿਆਂ ਨੂੰ ਦਾਣਾ ਪਾਇਆ, ਨਿਹਾਰੀਆਂ ਦਿੱਤੀਆਂ, ਔਰ ਆਪ ਵੀ ਲੰਗਰ ਪਾਣੀ ਛਕਿਆ। ਸ਼ਰਮ ਨਿਰਵਾਰਿਓ ਬਾਹਨ ਪਾਰੀ। ਸਾਰੇ ਅਸਵਾਰੀਆਂ ਬਾਹਨਾਂ ਦੀ ਸ਼ਰਮ ਨਿਵਾਰਨ ਵਾਸਤੇ, ਥਕਾਵਟ ਦੂਰ ਕਰਨ ਵਾਸਤੇ ਬੰਨ੍ਹ ਦਿੱਤੇ। ਲੋਭਨ ਕੋ ਭ੍ਰਿਤ ਕੋ ਮਿਟਾਨ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੇ ਨਾਲ ਸਿੰਘ ਸੀ ਨਾ, ਉਹਨਾਂ ਦੀ ਥਕਾਵਟ ਲਾਉਣ ਵਾਸਤੇ ਸਾਧ ਸੰਗਤ ਜੀ ਦੇਸੀ ਘਿਓ ਵਰਤਾਇਆ ਸਾਰਿਆਂ ਨੂੰ। ਸਰਬਰ ਦੀਨ ਸ਼ਰਮਤ ਗਨ ਜਾਣੀ। ਸਤਿਗੁਰੂ ਜੀ ਨੇ ਸਾਰਿਆਂ ਨੂੰ ਵਰਤਾਇਆ ਵੀ ਇਹ ਸਾਰੇ ਥੱਕੇ ਹੋਏ ਹਨ, ਬੜਾ ਸਫ਼ਰ ਕੀਤਾ ਹੈ। ਦੀਪ ਤਿਆਰ ਹੋਈ ਵਰਤਾਈ। ਔਰ ਦੇਗ ਤਿਆਰ ਹੋਈ, ਕੜਾਹ ਪ੍ਰਸ਼ਾਦ ਗੁਰੂ ਕਾ ਲੰਗਰ ਤਿਆਰ ਹੋਇਆ, ਸਾਰਿਆਂ ਨੂੰ ਵਰਤਾਇਆ ਗਿਆ। ਪਾਨ ਪਾਨ ਕਰ ਸਤਿਗੁਰ ਬਤਾਈ। ਖਾ ਪੀ ਕੇ ਛਕ ਛਕਾ ਕੇ ਸਾਰੇ ਬੜੇ ਤ੍ਰਿਪਤ ਹੋ ਗਏ, ਅਘਾ ਗਏ, ਰੱਜ ਗਏ, ਤਸੱਲੀ ਹੋਈ ਸਭ ਦੀ। ਸੁਬਤ ਹੋਏ ਕਰ ਸ਼ਰਮ ਨਿਰਵਾਰਾ। ਰਾਤ ਨੂੰ ਸਾਰਿਆਂ ਨੇ ਵਿਸ਼ਰਾਮ ਕੀਤਾ, ਸੌਂ ਕੇ ਸਾਰਿਆਂ ਨੇ ਥਕਾਵਟ ਦੂਰ ਕੀਤੀ। ਭਈ ਪ੍ਰਾਤ ਪੁਨ ਕੀਨ ਸਤਿਆਰਾਏ। ਸਵੇਰ ਦਾ ਵੇਲਾ ਹੋਇਆ, ਮੁੜ ਫਿਰ ਅਗਲੇ ਪੜਾਅ ਵੱਲ ਤਿਆਰਾ ਕਰ ਲਿਆ। ਧਰਮ ਸਿੰਘ ਅਰ ਧਰਮ ਸਿੰਘ ਦੋਈ। ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ, ਜਿਹੜੇ ਭਾਈ ਰੂਪਚੰਦ ਦੇ ਪੋਤਰੇ ਆ, ਭਾਈ ਰੂਪੇ ਦੀ ਵੰਸ਼ ਵਿੱਚੋਂ ਆ ਭਾਈ ਸਾਧੂ ਰੂਪਾ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਨੂੰ ਜਲ ਛਕਾਇਆ ਸੀ ਭਾਵਨਾ ਦੇ ਨਾਲ। ਸਤਿਗੁਰੂ ਜੀ 30 ਕੋ ਚੱਲ ਕੇ ਆ ਗਏ ਸੀ ਤੁਕਲਾਣੀ ਨਗਰ। ਉਸ ਵੇਲੇ ਬੈਠੇ ਸਨ ਭਾਈ ਕੀ ਡੋਲੀ, ਉੱਥੋਂ ਚੱਲ ਕੇ ਆ ਗਏ ਸੀ ਇਹਨਾਂ ਦਾ ਪ੍ਰੇਮ ਵੇਖ ਕੇ। ਬੜੀਆਂ ਇਹਨਾਂ ਤੇ ਬਖਸ਼ਿਸ਼ਾਂ, ਅਗਾਂ ਔਲਾਦ ਵੀ ਨੇਕ ਨਿਕਲੀ। ਗੁਰੂ ਘਰ ਦੇ ਐਨੇ ਸ਼ਰਧਾਲੂ। ਇਹ ਭਾਈ ਪਰਮ ਸਿੰਘ ਧਰਮ ਸਿੰਘ, ਸਤਿਗੁਰੂ ਨੇ ਇਹਨਾਂ ਨੂੰ ਨਾਲ ਜਾਣ ਵਾਸਤੇ ਕਿਹਾ ਨਹੀਂ। ਭਾਈ ਡੱਲਾ ਸਿੰਘ ਵਰਗਿਆਂ ਨੂੰ, ਭਾਈ ਰਾਮ ਸਿੰਘ ਵਰਗਿਆਂ ਨੂੰ ਤਾਂ ਸਤਿਗੁਰੂ ਜੀ ਕਹਿੰਦੇ ਰਹੇ ਨਾਲ ਚੱਲੋ, ਤੁਹਾਨੂੰ ਰਾਜ ਭਾਗ ਬਖਸ਼ਾਂਗੇ। ਇਹਨਾਂ ਨੂੰ ਆਖਿਆ ਨਹੀਂ, ਬਸ ਭਾਵਨਾ ਮਨ ਵਿੱਚ ਗੁਰੂ ਕੀ ਸੇਵਾ ਕਰਕੇ ਜਨਮ ਸਫਲਾ ਕਰ ਲਈਏ। ਇਹ ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸੇਵਾ ਵਿੱਚ ਹਾਜ਼ਰ ਹਨ। ਸੇਵਾ ਤੋਂ ਪ੍ਰਭ ਪ੍ਰਸੰਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਸੇਵਾ ਨੂੰ ਦੇਖ ਕੇ, ਭਾਵਨਾ ਨੂੰ ਦੇਖ ਕੇ ਬੜੇ ਪ੍ਰਸੰਨ ਹੋ ਗਏ। ਪਹੁੰਚੇ ਭਗਤੇ ਪੂਰਬ ਜਾਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਹੀ ਪੈਦਲ ਚੱਲ ਕੇ ਜਿੱਥੇ ਟਿਕਾਣਾ ਕਰਨਾ ਹੁੰਦਾ, ਇਹ ਜਾ ਕੇ ਪਹਿਲਾਂ ਹੀ ਪਹੁੰਚ ਜਾਂਦੇ ਸਨ। ਨਵ ਮੰਚ ਨਿਤ ਲੀਕ ਬਨਾਈ। ਇਹ ਸੇਵਾ ਕੀ ਕਰਦੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਨਿਤ ਨਵਾਂ ਪਲੰਘਾ ਤਿਆਰ ਕਰਦੇ। ਤਰਖਾਣ ਸਿੱਖ ਸੀ ਨਾ, ਸਾਰੇ ਸੰਦ ਨਾਲ ਲਏ ਹੋਏ ਆ। ਰਸਤੇ ਵਿੱਚ ਤੁਰੇ ਜਾਂਦਿਆਂ ਜਿੱਥੇ ਨਜ਼ਰ ਪੈ ਜਾਣੀ, ਕੋਈ ਸੁੱਕੀ ਲੱਕੜ ਵੱਢ ਕੇ ਬਾਹੀਆਂ ਬਣਾ ਲੈਣੀਆਂ, ਸੇਰਵੇ ਪਾਵੇ ਬਣਾ ਲੈਣੇ, ਹੀਆਂ ਬਣਾ ਲੈਣੀਆਂ। ਤੇ ਜਾਣਸਾਰ ਪਹਿਲਾਂ ਇਹ ਕਾਰਜ ਕਰਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਤੇ ਭੂਮ ਆਸਣ ਨਾ ਕਰਨਾ ਪੈ ਜਾਵੇ, ਕਿਉਂਕਿ ਰਸਤੇ ਵਿੱਚ ਹੁਣ ਪਲੰਘੇ ਰੋਜ਼-ਰੋਜ਼ ਤਾਂ ਨਾਲ ਚੱਕੇ ਨਹੀਂ ਜਾਂਦੇ ਸੀ ਨਾ। ਕੁਝ ਸਿੰਘ ਪੈਦਲ, ਕੁਝ ਘੋੜਿਆਂ ਤੇ, ਬਾਕੀ ਹੋਰ ਵਰਤੋਂ ਦਾ ਸਮਾਨ, ਲੰਗਰ ਪਾਣੀ ਦਾ ਸਮਾਨ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਵਾਸਤੇ ਜਲਦੀ ਦੇ ਨਾਲ ਇਹਨਾਂ ਨੇ ਆਪਣੇ ਤੇਸੇ ਸੰਦ ਵਰਤ ਕੇ
ਪਲੰਘਾ ਤਿਆਰ ਕਰਨਾ, ਵਧੀਆ ਐ ਸੋਹਣਾ ਭਰ ਕੇ ਚੰਗੀ ਤਰ੍ਹਾਂ ਪੈਂਦ ਕੱਸ ਕੇ ਢਿੱਲਾ ਨਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁੰਦਰ ਵਸਤਰ ਵਿਛਾ ਕੇ ਆਸਣ ਤਿਆਰ ਕਰਕੇ ਦਿਆ ਕਰਦੇ। ਇਹ ਨਿਤ ਦਾ ਨਿਯਮ ਸੀ ਇਹਨਾਂ ਦਾ। ਤੋਏ ਤੁਰੰਗ ਬਖਸ਼ੇ ਹਥਿਆਰੀ। ਸਤਿਗੁਰੂ ਜੀ ਇਹਨਾਂ ਦੀ ਸੇਵਾ ਤੋਂ ਬੜੇ ਖੁਸ਼ ਹੋਏ ਵੀ ਇਹਨਾਂ ਨੂੰ ਤੁਰ ਕੇ ਜਾਣਾ ਪੈਂਦਾ ਹੈ। ਮਹਾਰਾਜ ਨੇ ਦੋਵਾਂ ਨੂੰ ਘੋੜੇ ਬਖਸ਼ ਦਿੱਤੇ ਤੇ ਨਾਲੇ ਗੁਰੂ ਮਹਾਰਾਜ ਨੇ ਬਹੁਤ ਸੁੰਦਰ ਇਹਨਾਂ ਨੂੰ ਸ਼ਾਸਤਰ ਬਖਸ਼ਿਸ਼ ਕੀਤੇ, ਕਿਰਪਾਨਾਂ ਖੰਡੇ ਬਖਸ਼ਿਸ਼ ਕੀਤੇ। ਗੁਰ ਬਖਸ਼ਿਸ਼ ਦੀਨ ਸੁਕਰ ਧਾਰ। ਇਹਨਾਂ ਨੇ ਗੁਰੂ ਦੀ ਬਖਸ਼ਿਸ਼ ਜਾਣ ਕੇ ਸਾਧ ਸੰਗਤ ਜੀ ਘੋੜੇ ਦੀਆਂ ਲਗਾਮਾਂ ਹੱਥ ਵਿੱਚ ਫੜ ਲਈਆਂ, ਉਹਨਾਂ ਤੇ ਅਸਵਾਰ ਨਾ ਹੋਏ ਵੀ ਇਹ ਗੁਰੂ ਕੀ ਬਖਸ਼ਿਸ਼ ਹੈ, ਇਹਨਾਂ ਤੇ ਅਸੀਂ ਅਸਵਾਰ ਨਹੀਂ ਹੋ ਸਕਦੇ, ਤਾਂ ਸਾਂਭ ਕੇ ਰੱਖਣ ਯੋਗ ਹੈ। ਔਰ ਜਿਹੜੇ ਹਥਿਆਰ ਦਿੱਤੇ ਸੀ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਇਹਨਾਂ ਨੇ ਹੱਥਾਂ ਦੇ ਵਿੱਚ ਬੜੇ ਪਿਆਰ ਨਾਲ ਫੜ ਲਏ। ਸ੍ਰੀ ਪ੍ਰਭ ਆਗੇ ਪੰਥ ਬਿਆਨੀ। ਔਰ ਇਹਨਾਂ ਨੇ ਆਪਣੇ ਸਿਰ ਦੇ ਉੱਤੇ ਧਰ ਲਏ ਹੱਥਾਂ ਵਿੱਚ ਫੜ ਕੇ। ਗੁਰੂ ਕੀ ਬਖਸ਼ਿਸ਼ ਹੈ, ਹੇਠਾਂ ਰੱਖ ਕੇ ਨਰਾਦਰੀ ਨਾ ਹੋਵੇ। ਗੁਰੂ ਕਾ ਹੀ ਸਰੂਪ ਹੈ, ਜਿੱਥੇ ਗੁਰਬਾਣੀ ਗੁਰੂ ਹੈ, ਗੁਰੂ ਸਾਹਿਬ ਸਾਡੇ ਗੁਰੂ ਹੈ। ਇਹ ਸ਼ਾਸਤਰ ਜਿਹੜੇ ਆ ਖਾਲਸਾ ਜੀ, ਇਹ ਸਾਡੇ ਪੀਰ ਹੈ। ਅਸਕਰ ਪਾਨ ਖੰਡੋ ਖੜਗ ਤੁਪ ਕਤਬਰ ਅਰ ਤੀਰ ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ, ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ। ਇਹ ਸਾਡੇ ਪੀਰ ਹੈ। ਸ਼ਰਧਾ ਭਾਵਨਾ ਦੇ ਨਾਲ ਸਿਰ ਦੇ ਉੱਤੇ ਰੱਖ ਕੇ ਚੱਲ ਪਏ। ਸੋ ਉਸ ਦਿਨ ਬਹੁਤ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਸਤਕ ਕੋ ਜਾ ਕੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ। ਬਸ ਛੋਟੀ ਮੰਜ਼ਲ ਕੀਤੀ, ਕੋਈ ਜ਼ਿਆਦਾ ਲੰਮਾ ਨਹੀਂ ਕੀਤਾ ਪੜਾ। ਨੇੜੇ ਹੀ ਜਾ ਕੇ ਸਤਿਗੁਰੂ ਨੇ ਉਤਾਰਾ ਕਰ ਲਿਆ। ਸਤ ਕੋ ਤੇ ਜਾ ਕੇ ਜਿਹੜਾ ਪਿੰਡ ਆਇਆ ਖਾਲਸਾ ਜੀ, ਨਾਮ ਸੁਹੇਵਾ ਤਿਸ ਕੋ ਜਾਣ। ਉਹ ਪਿੰਡ ਦਾ ਨਾਂ ਸੁਹੇਵਾ ਇਤਿਹਾਸ ਵਿੱਚ ਆਇਆ। ਅੱਜ ਕੱਲ ਸੁਹਾਵਾ ਸਾਹਿਬ ਸੰਗਤਾਂ ਜਾਣਦੀਆਂ। ਉਸ ਨਗਰ ਵਿੱਚ ਸੁਹਾਵੇ ਸੁਹੇਵੇ ਨਗਰ ਵਿੱਚ ਪਹੁੰਚੇ। ਸਾਰਿਆਂ ਨੇ ਉੱਥੇ ਜਾ ਕੇ ਉਤਾਰਾ ਕਰ ਲਿਆ। ਉਸ ਵੇਲੇ ਭਾਈ ਪਰਮ ਸਿੰਘ ਅਤੇ ਭਾਈ ਹਥਿਆਰ ਸਿੰਘ, ਭਾਈ ਪਰਮ ਸਿੰਘ ਭਾਈ ਧਰਮ ਸਿੰਘ ਸਤਿਗੁਰੂ ਜੀ ਵੱਲੋਂ ਬਖਸ਼ੇ ਹੋਏ ਸ਼ਾਸਤਰ ਹਥਿਆਰ ਇਹ ਸਿਰ ਉੱਤੇ ਚੁੱਕੀ ਆਉਂਦੇ ਦਿਖਾਈ ਦਿੱਤੇ। ਇਹਨਾਂ ਨੇ ਬੰਨ ਕੇ ਸਿਰ ਉੱਤੇ ਰੱਖਿਆ ਹੋਇਆ ਹੈ। ਘੋੜਿਆਂ ਨੂੰ ਵੀ ਫੜ ਕੇ ਤੁਰੇ ਆਉਂਦੇ ਆ, ਘੋੜਿਆਂ ਤੇ ਅਸਵਾਰ ਨਹੀਂ ਹੋਏ। ਸੋ ਪੈਦਲ ਹੀ ਚੱਲੇ ਆਉਂਦੇ ਆ। ਇਹਨਾਂ ਘੋੜਿਆਂ ਦੇ ਉੱਤੇ ਚੜ੍ਹਨ ਨੂੰ ਇਹਨਾਂ ਦਾ ਦਿਲ ਨਾ ਕੀਤਾ, ਕਿਉਂਕਿ ਇਹਨਾਂ ਨੇ ਜਾਣਿਆ ਕਿ ਗੁਰੂ ਕੀ ਬਖਸ਼ਿਸ਼ ਉੱਤਮ ਹੈ, ਇਹਨਾਂ ਉੱਤੇ ਅਸੀਂ ਅਸਵਾਰੀ ਨਹੀਂ ਕਰ ਸਕਦੇ। ਜਦੋਂ ਇਹ ਗੁਰੂ ਕੇ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੇ ਬਹੁਤ ਅਦਬ ਸਤਿਕਾਰ ਰੱਖਦਿਆਂ ਹੋਇਆ ਪਹੁੰਚੇ। ਗੁਰੂ ਕੇ ਕਿਸੇ ਸਿੱਖਾਂ ਨੇ ਜਾ ਕੇ ਸਤਿਗੁਰੂ ਜੀ ਨੂੰ ਦੱਸੀ ਇਹ ਗੱਲ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਤੁਸੀਂ ਘੋੜੇ ਬਖਸ਼ੇ, ਪਰ ਮਹਾਰਾਜ ਉਹ ਤਾਂ ਘੋੜ ਸਵਾਰ ਹੋ ਕੇ ਆਏ ਨਹੀਂ, ਪੈਦਲ ਚੱਲੇ ਆ ਰਹੇ ਨੇ। ਮਹਾਰਾਜ ਸ਼ਾਸਤਰ ਵੀ ਉਹਨਾਂ ਨੇ ਗਾਤਰੇ ਨਹੀਂ ਪਾਏ, ਬੰਨ ਕੇ ਨਾ ਸਿਰ ਉੱਤੇ ਰੱਖੀ ਆਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਉਲਟ ਕੰਮ ਹੀ ਕੀਤਾ ਹੈ। ਪਹਿਲਾਂ ਤਾਂ ਆਪ ਇਕੱਲੇ ਪੈਦਲ ਤੁਰ ਕੇ ਆਉਂਦੇ ਸੀ, ਹੁਣ ਘੋੜਿਆਂ ਨੂੰ ਵੀ ਨਾਲ ਲੈ ਕੇ ਤੇ ਸਿਰ ਤੇ ਭਾਰ ਰੱਖ ਕੇ ਇੰਨੇ ਔਖੇ ਤੁਰ ਕੇ ਆਏ। ਜਦੋਂ ਭਾਈ ਪਰਮ ਸਿੰਘ ਧਰਮ ਸਿੰਘ ਪਹੁੰਚ ਗਏ ਇੱਥੇ ਸੁਹਾਵਾ ਸਾਹਿਬ ਸੁਹੇਵਾ ਸਾਹਿਬ, ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ। ਸਤਿਗੁਰੂ ਕਹਿੰਦੇ ਭਾਈ ਇਹ ਕਿਹੜੀ ਰੀਤੀ ਕੀਤੀ, ਇਹ ਕਿਹੜਾ ਕੰਮ ਕੀਤਾ ਤੁਸੀਂ? ਕਹਿੰਦੇ ਨਾ ਘੋੜਿਆਂ ਦੇ ਉੱਤੇ ਚੜੇ, ਨਾ ਜਿਹੜੇ ਅਸੀਂ ਸ਼ਾਸਤਰ ਬਖਸ਼ੇ ਸੀ ਉਹ ਧਾਰਨ ਕੀਤੇ। ਸ਼ਾਸਤਰਾਂ ਨੂੰ ਤੁਸੀਂ ਸਿਰ ਤੇ ਧਰ ਕੇ ਲੈ ਆਏ, ਘੋੜਿਆਂ ਦੀਆਂ ਬਾਗਾਂ ਫੜ ਕੇ ਹੱਥਾਂ ਵਿੱਚ ਤੁਰ ਕੇ ਆਏ ਹੋ। ਅਸੀਂ ਤਾਂ ਇਸ ਕਰਕੇ ਤੁਹਾਨੂੰ ਦਿੱਤੇ ਸੀ ਵੀ ਚੱਲਣਾ ਬੜਾ ਮੁਸ਼ਕਲ ਹੈ, ਤੁਸੀਂ ਅੱਗੇ ਜਾ ਕੇ ਪਲੰਘਾ ਵੀ ਤਿਆਰ ਕਰਨਾ ਹੁੰਦਾ, ਛੇਤੀ ਪਹੁੰਚ ਜਾਇਆ ਕਰੋਗੇ। ਸੋ ਰਸਤੇ ਦੀ ਜਿਹੜੀ
ਰੁਕਾਵਟ ਬਣਦੀ ਸੀ, ਰਸਤੇ ਵਿੱਚ ਜਿਹੜੀ ਤੁਹਾਨੂੰ ਪਰੇਸ਼ਾਨੀ ਆਉਂਦੀ ਸੀ, ਇਹ ਜਾਣ ਕੇ ਅਸੀਂ ਤੁਹਾਨੂੰ ਘੋੜੇ ਦਿੱਤੇ ਸੀ। ਸੋ ਤੁਮ ਨਹੀਂ ਨਿਵਾਰਨ ਕੀਨੀ। ਤੇ ਉਹ ਜਿਹੜੀ ਪਰੇਸ਼ਾਨੀ ਤਾਂ ਜਿਉਂਦੀ ਤਿਉਂ ਬਣੀ ਹੋਈ ਆ, ਉਹ ਤਾਂ ਤੁਸੀਂ ਦੂਰ ਨਹੀਂ ਕੀਤੀ। ਇਹ ਕਾਰਨ ਕਿਆ ਦਿਨੋ ਬਤਾਈ। ਇਹ ਕਾਰਨ ਕੀ ਬਣਿਆ? ਕਿਉਂ ਨਹੀਂ ਤੁਸੀਂ ਘੋੜਿਆਂ ਤੇ ਸਵਾਰ ਹੋਏ? ਦੱਸੋ ਸਾਨੂੰ। ਆਦ ਜੋਰ ਤਿਨ ਦੋਹਨ ਸੁਣਾਈ। ਉਸ ਵੇਲੇ ਦੋਵਾਂ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਬਰਾਬਰ ਕੀ ਬਖਸ਼ਿਸ਼ ਕੋ ਅਦਬ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤਾਂ ਆਪ ਜੀ ਦੀ ਬਖਸ਼ਿਸ਼ ਸਮਝ ਕੇ ਇਹਦਾ ਅਦਬ ਸਤਿਕਾਰ ਰੱਖਿਆ ਹੈ, ਸਤਿਕਾਰ ਕੀਤਾ। ਜੀ ਨਾ ਕਰੇ ਹਮਕੋ ਬੜ ਗਜਬ। ਜੇ ਮਹਾਰਾਜ ਸਾਡੇ ਮਨ ਦੀ ਭਾਵਨਾ ਅਸੀਂ ਸਤਿਕਾਰ ਨਾ ਕਰਦੇ ਨਾ, ਫਿਰ ਸਾਡੇ ਵਾਸਤੇ ਗਜਬ ਦੀ ਗੱਲ ਸੀ, ਸਾਡੇ ਵਾਸਤੇ ਪਾਪ ਵਾਲੀ ਗੱਲ ਸੀ। ਪੂਜਨੀਏ ਹਮ ਤਿਨ ਕੋ ਜਾਣੀ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ, ਅਸੀਂ ਇਹਨਾਂ ਨੂੰ ਵਰਤਣ ਯੋਗ ਨਹੀਂ ਜਾਣਿਆ, ਅਸੀਂ ਤਾਂ ਪੂਜਨੀਕ ਜਾਣਿਆ ਇਹਨਾਂ ਨੂੰ। ਮਤਕ ਟੀਕੈ ਤੁਮ ਸਮਾਨੀ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਅਸੀਂ ਤੁਹਾਡੇ ਸਮਾਨ ਜਾਣ ਕੇ ਇਹਨਾਂ ਨੂੰ ਮੱਥਾ ਟੇਕਦੇ ਹਾਂ ਤੇ ਅਸੀਂ ਸਮਝਦੇ ਹਾਂ ਤੁਹਾਡਾ ਸਤਿਕਾਰ ਕਰ ਰਹੇ ਹਾਂ। ਸੁਨ ਪ੍ਰਸੰਨ ਹੋਵੇ ਗੁਰੂ ਉਚਾਰਾ। ਉਸ ਵੇਲੇ ਸਤਿਗੁਰੂ ਜੀ ਇਹਨਾਂ ਦੀ ਭਾਵਨਾ ਵੇਖ ਕੇ, ਇਹਨਾਂ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕੀਤੇ। ਤੁਮਰੀ ਜੀਵਾ ਹੀ ਖਗ ਧਾਰਾ। ਸਤਿਗੁਰੂ ਕਹਿੰਦੇ, ਭਾਈ ਤੁਹਾਨੂੰ ਆ ਸ਼ਾਸਤਰ ਧਾਰਨ ਦੀ ਲੋੜ ਵੀ ਹੈ ਨਹੀਂ। ਕਹਿੰਦੇ ਜੇ ਕੋਈ ਦੁਸ਼ਮਣ ਤੁਹਾਡੇ ਤੇ ਚੜ ਕੇ ਆਊਗਾ, ਤੁਹਾਡੇ ਤਾਂ ਵੱਡਿਆਂ ਦੇ ਉੱਤੇ ਬੜੀਆਂ ਬਖਸ਼ਿਸ਼ਾਂ ਹੈ, ਹੁਣ ਵੀ ਜੇ ਤੁਹਾਡੇ ਤੇ ਕੋਈ ਚੜ ਕੇ ਆਊਗਾ ਨਾ, ਤੁਹਾਡੀ ਤਾਂ ਜ਼ੁਬਾਨ ਹੀ ਸ਼ਸਤਰ ਦਾ ਕੰਮ ਕਰੂਗੀ, ਜਿਹੜਾ ਬਚਨ ਕਰ ਦਿਓਗੇ ਪਾਰ ਹੋਵੇਗਾ। ਜੇ ਕੋਈ ਤੁਹਾਡੇ ਨਾਲ ਕੋਈ ਵਧੀਕੀ ਕਰੇਗਾ ਤਾਂ ਤੁਹਾਡਾ ਵਾਕ, ਤੁਹਾਡਾ ਬਚਨ ਕੰਮ ਕਰੇਗਾ। ਤੁਹਾਡੇ ਤੇ ਕੋਈ ਸ਼ਾਸਤਰਾਂ ਨਾਲ ਵਾਰ ਕਰੇ, ਪਰ ਤੁਸੀਂ ਇੱਕ ਬਚਨ ਕਰ ਦਿਓ, ਸ਼ਾਸਤਰ ਦਾ ਵਾਰ ਚੱਲੇ ਨਾ ਚੱਲੇ, ਪਰ ਤੁਹਾਡਾ ਬਚਨ ਜ਼ਰੂਰ ਚੱਲੇਗਾ। ਇਸ ਤਰ੍ਹਾਂ ਵਾਰ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਦੋਵਾਂ ਦਾ ਬਹੁਤ ਮਾਣ ਸਨਮਾਨ ਕੀਤਾ। ਕਿਰਪਾ ਦੇ ਖਜ਼ਾਨੇ ਕਲਗੀਧਰ ਪਾਤਸ਼ਾਹ ਨੇ ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਦੋਵਾਂ ਭਰਾਵਾਂ ਨੂੰ ਕੋਲ ਬਿਠਾ ਲਿਆ। ਖਾਲਸਾ ਜੀ ਉਸ ਜਗ੍ਹਾ ਜਿੱਥੇ ਬੈਠੇ ਸਾਹਮਣੇ ਇੱਕ ਜੰਡ ਦਾ ਦਰਖਤ ਖੜਾ ਹੈ। ਉਸ ਜੰਡ ਦੇ ਵਿੱਚ ਕਈ ਵਾਰੀ ਜੰਡਾਂ ਦੇ ਵਿੱਚ ਨਾ ਡੂੰਘੀਆਂ ਖੱਡਾਂ ਹੁੰਦੀਆਂ, ਵਿੱਚ ਮਿੱਟੀ ਭਰੀ ਹੁੰਦੀ ਹੈ, ਤੇ ਉਸ ਦੇ ਵਿੱਚ ਨਾ ਇੱਕ ਛੋਟਾ ਜਿਹਾ ਬੂਟਾ ਚੱਲਦਲ ਕਹਿੰਦੇ ਆ ਪਿੱਪਲ ਨੂੰ, ਪਿੱਪਲ ਦਾ ਬੂਟਾ ਉੱਗਿਆ ਖੜਾ ਦਿਖਾਈ ਦਿੰਦਾ ਹੈ। ਉਸ ਵੇਲੇ ਇਸ ਨੂੰ ਵੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਭਾਈ ਜਿਹੜਾ ਆ ਪਿੱਪਲ ਦਾ ਦਰਖਤ ਆ ਨਾ, ਜਦੋਂ ਕਹਿੰਦੇ ਬਹੁਤ ਵੱਧ ਫੁੱਲ ਜਾਏਗਾ, ਵੱਡਾ ਹੋਵੇਗਾ, ਇਹ ਕਹਿੰਦੇ ਜੰਡ ਨੂੰ ਦਬਾ ਲਵੇਗਾ, ਜੰਡ ਹੌਲੀ ਹੌਲੀ ਖਤਮ ਹੋ ਜਾਵੇਗਾ, ਸਾਰੀਆਂ ਦਿਸ਼ਾਵਾਂ ਤੋਂ ਢੱਕ ਲਵੇਗਾ ਇਹ ਜੰਡ ਨੂੰ, ਉੱਪਰ ਇਹਦੀ ਛਾਇਆ ਹੋ ਜਾਏਗੀ, ਛਤਰੀ ਬਣ ਜਾਏਗੀ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਸਾਡਾ ਖਾਲਸਾ ਬਹੁਤ ਵੱਧ ਜਾਏਗਾ। ਕਹਿੰਦੇ ਜਿਉਂ-ਜਿਉਂ ਆ ਪਿੱਪਲ ਦਾ ਦਰਖਤ ਵੱਡਾ ਹੁੰਦਾ ਜਾਵੇਗਾ, ਜੰਡ ਘਟਦਾ ਜਾਵੇਗਾ, ਜਦੋਂ ਜੰਡ ਬਿਲਕੁਲ ਖਤਮ ਹੋ ਗਿਆ, ਉਸ ਵੇਲੇ ਸਾਡੀਆਂ ਖਾਲਸਾ ਫੌਜਾਂ ਬਹੁ ਗਿਣਤੀ ਵਿੱਚ ਹੋ ਜਾਣਗੀਆਂ। ਇੱਥੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ, ਪਰ ਕਈ ਇਤਿਹਾਸਕ ਗ੍ਰੰਥਾਂ ਦੇ ਵਿੱਚ ਐਸੇ ਵੀ ਬਚਨ ਲਿਖੇ ਹੋਏ ਮਿਲਦੇ ਆ, ਇਤਿਹਾਸਕ ਸਾਖੀ, ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਮਰ ਕੱਸਾ ਖੋਲਿਆ ਨਾ ਇੱਥੇ ਸੁਹਾਵਾ ਸਾਹਿਬ ਜਾ ਕੇ, ਸਤਿਗੁਰੂ ਜੀ ਦੇ ਕਮਰ ਕੱਸੇ ਵਿੱਚੋਂ ਇੱਕ ਸਪੋਲੀਆ ਨਿਕਲਿਆ, ਸੱਪ, ਛੋਟਾ ਜਿਹਾ ਬੱਚਾ। ਉਹ ਸਿੰਘਾਂ ਦੇ ਨਿਗਾਹ ਪੈ ਗਿਆ। ਸਿੰਘ ਕਹਿੰਦੇ ਮਹਾਰਾਜ ਤੁਹਾਡੇ ਕਮਰ ਕੱਸੇ ਵਿੱਚੋਂ ਸੱਪ ਨਿਕਲਿਆ। ਸਤਿਗੁਰ ਪੁੱਛਦੇ ਆ, ਕਹਿੰਦੇ ਕਿੱਥੇ ਆ ਭਾਈ, ਕਿੱਥੇ ਆ? ਲੱਭਦੇ ਰਹੇ, ਕਿਸੇ ਨੂੰ ਲੱਭਿਆ ਨਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦੱਸਦੇ ਆ। ਕਹਿੰਦੇ ਉਹ ਦੇਖੋ ਸਾਹਮਣੇ ਜੰਡ ਦੇ ਦਰਖਤ ਦੇ ਵਿੱਚ ਇਹ ਸੱਪ ਜਿਹੜਾ ਸਪੋਲੀਆ ਸੀ ਨਾ, ਕਹਿੰਦੇ ਉਹ ਬੋੜ ਦੇ ਰੁੱਖ ਦਾ ਰੂਪ ਧਾਰਨ ਕਰ ਗਿਆ। ਜਿਹੜਾ 2 ਹੱਥ ਬੂਟਾ ਦਿਖ ਰਿਹਾ ਨਾ, ਉਹ ਸੱਪ ਹੀ ਆ, ਉਹ ਸਪੋਲੀਆ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕੀ ਕੌਤਕ ਵਰਤਾ ਰਹੇ ਹੋ, ਸਾਡੇ ਦੁਨਿਆਵੀ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦਾ, ਆਪ ਜੀ ਖੋਲ ਕੇ ਬਿਆਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਲਵੇ ਦੀ ਧਰਤੀ, ਉੱਥੇ ਕਾਲ ਬਹੁਤ ਪੈਂਦੇ ਸੀ,
ਫਸਲਾਂ ਦਾ ਨਾਸ਼ ਹੋ ਜਾਣਾ, ਹਨੇਰੀਆਂ ਚੱਲਣੀਆਂ, ਲੋਕ ਅੰਨ ਦੇ ਖੁਣੋਂ ਮਰ ਜਾਂਦੇ ਸੀ ਭੁੱਖੇ ਤਿਹਾਏ। ਤੇ ਅਸੀਂ ਮਾਲਵੇ ਉੱਤੇ ਕਿਰਪਾ ਕੀਤੀ, ਉੱਥੋਂ ਦੇ ਭੋਲੇ ਭਾਲੇ ਲੋਕਾਂ ਦਾ ਸੁਭਾਅ ਸਾਨੂੰ ਬੜਾ ਪਸੰਦ ਆਇਆ। ਚਾਹੇ ਉਹ ਕਈਆਂ ਗੱਲਾਂ ਦੇ ਵਿੱਚ ਨਹੀਂ ਪੂਰੇ ਉਤਰਦੇ ਸੀ, ਸਾਡੀ ਗੱਲ ਨਹੀਂ ਸੀ ਮੰਨਦੇ, ਥੋੜੇ ਜਿਹੇ ਮੋਟੇ ਦਿਮਾਗ ਦੇ ਜ਼ਰੂਰ ਸੀ, ਪਰ ਮਨ ਦੀ ਭਾਵਨਾ ਉਹਨਾਂ ਦੀ ਚੰਗੀ ਸੀ। ਚਾਹੇ ਭਾਈ ਡੱਲਾ ਪਿੱਛੇ ਮੁੜ ਵੀ ਗਿਆ, ਫਿਰ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਸਿੰਘਾਂ ਦੀ ਕੀਤੀ ਹੋਈ ਸੇਵਾ ਚੇਤੇ ਹੈ। ਸਤਿਗੁਰੂ ਜੀ ਔਗਣ ਨਹੀਂ ਗਿਣਦੇ ਕਿਸੇ ਦੇ। ਉਹ ਤਾਂ ਜਦੋਂ ਕਿਤੇ ਬਹੁਤੀ ਸਿਰੋਂ ਲੰਘਣ ਵਾਲੀ ਗੱਲ ਹੋ ਜੇ ਨਾ, ਉਦੋਂ ਫਿਰ ਮੱਤ ਦੇਣ ਵਾਸਤੇ ਸਤਿਗੁਰੂ ਜੀ ਸਹਿਜ ਸੁਭਾਏ ਬਚਨ ਕਰ ਦਿੰਦੇ ਆ, ਜਿਹੜਾ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਸਤਿਗੁਰੂ ਨੇ ਸਰਾਪ ਦੇ ਦਿੱਤਾ। ਨਹੀਂ, ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤਾਂ ਸਾਰਿਆਂ ਦਾ ਹੀ ਭਲਾ ਲੋਚਦੇ ਆ। ਸਤਿਗੁਰੂ ਕਹਿੰਦੇ ਭਾਈ ਮਾਲਵੇ ਦੀ ਧਰਤੀ ਤੇ ਪੈਂਦੇ ਸੀ ਬਹੁਤ ਕਾਲ, ਔਰ ਅਸੀਂ ਇਹ ਮਾਲਵੇ ਨੂੰ ਵਰਸਾਇਆ, ਜੰਗਲ ਦੇਸ਼ ਸੀ, ਅਸੀਂ ਇਹਦਾ ਨਾਮ ਰੱਖਿਆ ਆਪ ਗੁਰੂ ਕਾ ਮਾਲਵਾ। ਉੱਥੇ ਦਾ ਜਿਹੜਾ ਕਾਲ ਸੀ ਨਾ, ਉਹਨੂੰ ਅਸੀਂ ਕਮਰ ਕਸੇ ਵਿੱਚ ਬੰਨ੍ਹ ਕੇ ਲੈ ਕੇ ਆਏ ਸੀ ਵੀ ਅਗਾਂਹ ਜਾ ਕੇ ਕਿਤੇ ਛੱਡ ਦੇਵਾਂਗੇ। ਪਰ ਭਾਈ ਇਹਦੀ ਮਰਜ਼ੀ ਇੱਥੇ ਹੀ ਬਾਹਰ ਨਿਕਲ ਗਿਆ ਤੇ ਉਹ ਜਾ ਕੇ ਨੇ ਪਿੱਪਲ ਦੇ ਦਰਖਤ ਦਾ ਰੂਪ ਧਾਰਨ ਕਰ ਲਿਆ। ਕਹਿੰਦੇ ਜਦੋਂ ਜਿਉਂ-ਜਿਉਂ ਇਹ ਵੱਡਾ ਹੋਈ ਜਾਵੇਗਾ, ਵੱਡਾ ਦਰਖਤ ਬਣੇਗਾ, ਜੰਡ ਦੇ ਦਰਖਤ ਨੂੰ ਇਹਨੇ ਖਤਮ ਕਰ ਦੇਣਾ। ਜਦੋਂ ਇਹ ਪੂਰਾ ਫੈਲ ਗਿਆ, ਉਦੋਂ ਸਾਡਾ ਖਾਲਸਾ ਬਹੁਤ ਵਧੇ ਫੁੱਲੇਗਾ। ਸਤਿਗੁਰੂ ਜੀ ਕਹਿੰਦੇ ਹਾਲੇ ਤਾਂ ਸਾਡਾ ਖਾਲਸਾ ਨਾ ਜਿਹੜਾ ਕਹਿੰਦੇ ਗੋਡਣ ਜੇ ਰੁੜਦਾ, ਗੁਡਲੀ ਚੱਲੈ, ਗੋਡਿਆਂ ਭਾਰ ਤੁਰਦਾ, ਸਮਝ ਲਓ ਵੀ ਬੱਚਾ ਹਲੇ। ਜਦੋਂ ਕਹਿੰਦੇ ਵੱਡਾ ਹੋ ਜਾਏਗਾ, ਬਹੁਤ ਭਾਰੀ ਗਿਣਤੀ ਵਿੱਚ ਹੋ ਜਾਏਗਾ, ਉਦੋਂ ਬਹੁਤੇ ਤੁਰਕਾਂ ਨੂੰ ਮਾਰੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਹ ਬਚਨ ਸੁਣ ਕੇ ਸਾਰੇ ਖਾਲਸਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਸਾਰੇ ਕਹਿੰਦੇ ਆ ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਦੇ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਮਾਲਕਾ, ਤੂੰ ਧੰਨ ਹੈ। ਖਾਣ ਪਾਨ ਕਰ ਜਥਾ ਸੁਖ। ਸੋ ਇਸ ਤਰ੍ਹਾਂ ਖਾਣ ਪਾਨ ਕਰਕੇ, ਭੋਜਨ ਪ੍ਰਸ਼ਾਦਾ ਕਰਕੇ ਬੜੇ ਸੁੱਖ ਦੇ ਨਾਲ ਰਾਤ ਪਈ ਹੋਈ ਤਿਆਰੀ, ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ ਤੇ ਫਿਰ ਤਿਆਰਾ ਕਰ ਲਿਆ ਅੱਗੇ। ਬੈਠੇ ਸ੍ਰੀ ਸਤਿਗੁਰੂ, ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਔਰ ਅਗਲੇ ਰਸਤੇ ਤੇ ਚੱਲ ਪਏ। ਸ੍ਰੀ ਗੁਰੂ ਆਗੇ ਜਪ ਗਮਨਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅੱਗੇ ਪਹੁੰਚੇ, ਸੰਗੀ ਸਿੰਘ ਸਗਲ ਚੜ੍ਹ ਗਏ। ਸਤਿਗੁਰੂ ਜੀ ਦੇ ਨਾਲ ਜਿਹੜੇ ਸਿੰਘ ਸੀ ਉਹ ਵੀ ਘੋੜ ਸਵਾਰ ਹੋ ਕੇ ਚੜ੍ਹੇ। ਰਾਮ ਸਿੰਘ ਭਗਤੂ ਕਾ ਕਹਾਂ। ਉਸ ਵੇਲੇ ਭਾਈ ਰਾਮ ਸਿੰਘ ਜਿਹੜਾ ਭਾਈ ਭਗਤੂ ਜੀ ਦੀ ਕੁਲ ਵਿੱਚੋਂ ਇਹਨਾਂ ਦਾ ਪੜਪੋਤਾ ਲੱਗਦਾ ਸੀ, ਉਹ ਭਾਈ ਰਾਮ ਸਿੰਘ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੈ। ਪਰ ਸਾਰੇ ਸਿੰਘ ਚਲੇ ਗਏ, ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ, ਪਰ ਜਿਹੜਾ ਇਹ ਭਾਈ ਰਾਮ ਸਿੰਘ ਸੀ ਨਾ, ਭਾਈ ਕੇ ਚੱਕ ਵਾਲਾ, ਇਹ ਬਹਾਨੇਬਾਜ਼ੀ ਕਰਕੇ, ਬਹਾਨਾ ਬਣਾ ਕੇ ਪਛਾਂ ਹੀ ਉੱਥੇ ਹੀ ਰੁਕ ਗਿਆ। ਜਦੋਂ ਸਿੰਘ ਅਤੇ ਗੁਰੂ ਸਾਹਿਬ ਕੁਝ ਕੁ ਦੂਰ ਲੰਘ ਗਏ ਅੱਗੇ, ਉਸ ਵੇਲੇ ਭਾਈ ਰਾਮ ਸਿੰਘ ਨੇ ਵੀ ਦਾਤ ਕਾਇਆ। ਭਾਈ ਡੱਲਾ ਸਰਸੇ ਤੋਂ ਭੱਜ ਚੁੱਕਿਆ ਮਹਾਰਾਜ ਦਾ ਸਾਥ ਛੱਡ ਕੇ। ਭਾਈ ਰਾਮ ਸਿੰਘ ਦਾ ਭਰਾ, ਉਹ ਵੀ ਇਹਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਮੋੜ ਦਿੱਤਾ ਸੀ। ਸੋ ਇਹਨਾਂ ਨੇ ਜਦੋਂ ਦੇਖਿਆ ਭਾਈ ਰਾਮ ਸਿੰਘ ਨੇ ਕਿ ਸਤਿਗੁਰੂ ਜੀ ਅੱਗੇ ਚਲੇ ਗਏ ਆ, ਸਿੰਘ ਅੱਗੇ ਚਲੇ ਗਏ ਆ, ਭਾਈ ਰਾਮ ਸਿੰਘ ਹੌਲੀ ਕਦੇੜੇ ਘੋੜੇ ਤੇ ਸਵਾਰ ਹੋ ਕੇ ਤੇ ਪਿਛਾਂਹ ਨੂੰ ਭੱਜ ਚੱਲਿਆ। ਜਦੋਂ ਇੱਕ ਸਿੰਘ ਨੇ ਵੇਖਿਆ ਤੇ ਉਹ ਵਾਹੋ ਦਾ ਹੀ ਘੋੜਾ ਉਹਨੇ ਦੌੜਾਇਆ, ਸਤਿਗੁਰੂ ਕੋਲ ਪਹੁੰਚਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ। ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ, ਭਾਈ ਰਾਮ ਸਿੰਘ ਜਿਹੜਾ ਭਾਈ ਕਾ ਹੈ ਨਾ, ਭਾਈ ਭਗਤੂ ਜੀ ਦੀ ਕੁਲ ਵਾਲਾ, ਉਹ ਤਾਂ ਭੱਜ ਚੱਲਿਆ। ਮਹਾਰਾਜ ਆਪ ਜੀ ਦੇ ਸੰਗ ਦੇ ਨਾਲ, ਸਾਰੇ ਦਲ ਦੇ ਨਾਲ ਮਿਲਿਆ ਨਹੀਂ, ਪਿੱਛੇ ਰਹਿ ਗਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਉੱਥੇ ਹੀ ਠੱਲ ਲਿਆ, ਉੱਥੇ ਹੀ ਖੜੇ ਹੋ ਗਏ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਇੱਕ ਸਿੱਖ ਭੇਜਿਆ। ਮਨ ਹਮਾਰੀ ਦਿਓ ਨਹਿ ਜਾਈ। ਕਹਿੰਦੇ ਭਾਈ ਸਿੱਖਾ ਜਾ ਭੱਜ ਕੇ ਭਾਈ ਰਾਮ ਸਿੰਘ ਨੂੰ ਰੋਕ, ਕਹਿੰਦੇ ਉਹਨੂੰ ਸਾਡੀਆਂ 3 ਕਸਮਾਂ ਦੇ ਦੇ, ਜਾ ਕੇ ਜਾਣ ਨਾ ਦਿਓ ਉਹਨੂੰ, ਉੱਥੇ ਹੀ ਮੋੜ ਲਓ। ਵੀ ਮੁੜਿਆ ਜਾ ਕੇ ਕਹਿੰਦੇ 3 ਲਕੀਰਾਂ ਖਿੱਚਦੀ ਉਹਦੇ ਅੱਗੇ ਵੀ ਆਹ ਗੁਰੂ ਦੀਆਂ 3 ਕਸਮ ਹੈ, ਗੁਰੂ ਦਾ ਵਾਸਤਾ, ਤੂੰ ਜਾ ਨਾ, ਉਹਨੂੰ ਰੋਕ ਲਓ ਜਾ ਕੇ। ਗੁਰ ਕੋ ਪਠਿਓ ਤੇ ਸਿੰਘ ਤੈ ਗਇਓ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਸਿੰਘ ਭੇਜਿਆ ਸੀ ਜਾ ਕੇ ਭਾਈ ਰਾਮ ਸਿੰਘ ਦੇ ਨਾਲ ਰਲ ਗਿਆ। ਰਾਮ ਸਿੰਘ ਠਹਿਰੋ ਕਹਿ ਦਿਓ। ਜਾ ਕੇ ਕਹਿੰਦਾ ਭਾਈ ਰਾਮ ਸਿੰਘਾ ਠਹਿਰ ਜਾ, ਪ੍ਰਭ ਮੋਇ ਭੇਜਿਆ ਦੀਤਰੈ ਆਨ। ਮੈਨੂੰ ਗੁਰੂ ਸਾਹਿਬ ਨੇ ਭੇਜਿਆ ਤੇ ਤੈਨੂੰ 3 ਕਸਮਾਂ ਦਿੱਤੀਆਂ। ਇਸ ਤਰ੍ਹਾਂ ਆਖਿਆ ਗੁਰੂ ਕੇ ਸਿੱਖ ਨੇ। ਕੀਨ ਲਕੀਰ ਨਾ ਰੰਗ ਪਿਆਨ। 3 ਲਕੀਰਾਂ ਖਿੱਚਤੀਆਂ ਇਹਦੇ ਘੋੜੇ ਦੇ ਅੱਗੇ, ਕਹਿੰਦੇ ਆ 3 ਲਕੀਰਾਂ ਖਿੱਚੀਆਂ, ਇਹਨਾਂ ਨੂੰ ਲੰਘ ਕੇ ਪਿਆਨਾ ਨਾ ਕਰੀ ਜਾਈ ਨਾ ਵਾਪਸ। ਸੰਗ ਚਲੋ ਸਗਲੇ ਸੁਭ ਤੀਨ। ਮੇਰੇ ਨਾਲ ਚੱਲ, ਗੁਰੂ ਦੀ ਸ਼ਰਨ ਵਿੱਚ ਸਾਰੇ ਸੁੱਖ ਹੈ, ਉਧਰ ਜਾਣਨ ਨੂੰ, ਗੁਰੂ ਵੱਲ ਜਾਣ ਨੂੰ ਸੁੱਖ ਜਾਣ। ਹਟਨਾ ਹੋ ਕਿਉਂ ਖੁਸ਼ੀ ਲਈ ਨਾ। ਕਹਿੰਦੇ ਤੂੰ ਹਟ ਕਿਉਂ ਗਿਆ, ਪਿੱਛੇ ਕਾਹਤੋਂ ਮੁੜਿਆ, ਗੁਰੂ ਦੀ ਖੁਸ਼ੀ ਵੀ ਨਹੀਂ ਲਈ ਤੂੰ ਤਾਂ, ਗੁਰੂ ਨੂੰ ਦੱਸ ਕੇ ਵੀ ਨਹੀਂ ਆਇਆ, ਗੁਰੂ ਸਾਹਿਬ ਦੀ ਖੁਸ਼ੀ ਲੈ ਕੇ ਆਉਂਦਾ। ਉਚਤਨਾ ਤੋਏ ਭਾਰ ਕਰ ਜਾਣਾ। ਗੁਰੂ ਕੇ ਸਿੱਖਾ ਉਚਿਤ ਨਹੀਂ ਹੈ, ਠੀਕ ਨਹੀਂ ਹੈ ਤੇਰੇ ਵਾਸਤੇ ਐ ਚੋਰੀ ਭੱਜ ਕੇ ਜਾਣਾ। ਸੁਨ ਕਹਿ ਕਰੋ ਪ੍ਰਭੂ ਤੇ ਸਤਾਨਾ। ਉਸ ਵੇਲੇ ਜਿਸ ਵੇਲੇ ਤੇਰੀ ਇਹ ਖਬਰ ਮਿਲੀ ਆ ਨਾ, ਤੇਰੇ ਭੱਜੇ ਜਾਣ ਵਾਪਸ ਜਾਣ ਦੀ ਗੱਲ ਸੁਣ ਕੇ ਗੁਰੂ ਸਾਹਿਬ ਉੱਥੇ ਹੀ ਖੜੇ ਹੋ ਗਏ, ਤੇਰੇ ਨਾਲ ਇੰਨਾ ਪਿਆਰ ਕਰਦੇ ਹਨ। ਦੱਖਣ ਬਨੇ ਜਾਨ ਨੈ ਮਿਲੂ। ਇਹ ਭਾਈ ਰਾਮ ਸਿੰਘ ਕਹਿੰਦਾ ਮਹਾਰਾਜ ਦੱਖਣ ਦਿਸ਼ਾ ਵੱਲ ਮੇਰਾ ਜਾਣਾ ਬਣਦਾ ਨਹੀਂ ਗੁਰੂ ਕੇ ਸਿੱਖਾ। ਘਰ ਕੋ ਕਾਰ ਅਨਕ ਬਿਦ ਝੇਹੂ। ਕਹਿੰਦਾ ਘਰ ਦੇ ਤੈਨੂੰ ਪਤਾ ਹੀ ਆ ਵੀ ਕਿੰਨੇ ਕੰਮਕਾਰ ਹੁੰਦੇ ਆ, ਕਿੰਨੇ ਝਗੜੇ ਝੇੜੇ ਹੁੰਦੇ ਆ। ਨਾ ਨਹਿ ਮੈਂ ਰਹੋ ਮਿਲੋ ਨਹਿ ਜਾਈ। ਕਹਿੰਦੇ ਮੈਂ ਨਹੀਂ ਰਹਿ ਸਕਦਾ, ਮੈਂ ਤਾਂ ਘਰੇ ਹੀ ਰਹੂੰਗਾ, ਸਤਿਗੁਰੂ ਜੀ ਦੇ ਨਾਲ ਨਹੀਂ ਜਾ ਸਕਦਾ ਦੱਖਣ ਵੱਲ। ਕਰੋ ਬੰਦਨਾ ਇਸੀ ਥਾਈ। ਕਹਿੰਦਾ ਗੁਰੂ ਤੋਂ ਖੁਸ਼ੀ ਲੈ ਕੇ ਠੀਕ ਹੈ ਮੈਨੂੰ ਆਉਣਾ ਚਾਹੀਦਾ ਸੀ, ਪਰ ਮਹਾਰਾਜ ਨੇ ਆਉਣ ਨਹੀਂ ਸੀ ਦੇਣਾ, ਇਸ ਕਰਕੇ ਕਹਿੰਦਾ ਲੈ ਮੈਂ ਤਾਂ ਇੱਥੋਂ ਹੀ ਮੱਥਾ ਟੇਕ ਦਿੱਤਾ ਗੁਰੂ ਨੂੰ। ਕਿਉ ਕਹਿ ਲੰਗ ਲਕੀਰਨ ਗਇਓ। ਇਉਂ ਕਹਿ ਕੇ ਜਿਹੜੀਆਂ ਸਿੱਖ ਨੇ ਗੁਰੂ ਦੀ ਕਸਮ ਪਾ ਕੇ 3 ਲਕੀਰਾਂ ਖਿੱਚੀਆਂ ਸੀ, ਸਾਧ ਸੰਗਤ ਜੀ ਮਾੜੇ ਕਰਮ ਭਾਈ ਰਾਮ ਸਿੰਘ ਦੇ 3 ਲਕੀਰਾਂ ਲੰਘ ਗਿਆ। ਸਿੰਘ ਬੜਾ ਹੈਰਾਨ ਹੋਇਆ ਵੀ ਮਹਾਰਾਜ ਦੀ ਕਸਮ ਦੀ ਵੀ ਪਰਵਾਹ ਨਹੀਂ ਕੀਤੀ, ਇੰਨਾ ਕਾਹਤੋਂ ਬੇਮੁਖ ਹੋ ਗਿਆ ਰਾਮ ਸਿਉ, ਇੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਤੇਰੇ ਕਹਿਣ ਤੇ ਤੇਰੇ ਭਾਈ ਭਰਾ ਫਤਿਹ ਸਿੰਘ ਨੂੰ ਵੀ ਵਾਪਸ ਭੇਜਤਾ, ਵੀ ਗੁਰੂ ਤੇਰਾ ਕੋਈ ਬੁਰਾ ਤਾਂ ਨਹੀਂ ਕਰਨ ਲੱਗਾ ਸੀ। ਬੜਾ ਹੈਰਾਨ ਹੋਇਆ ਸਿੱਖ ਦੇਖ ਕੇ। ਸਿੱਖ ਮੁੜ ਗਿਆ, ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਾਰੀ ਗੱਲ ਦੱਸੀ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੀ ਕਸਮ ਵੀ ਦਿੱਤੀ, 3 ਲਕੀਰਾਂ ਖਿੱਚੀਆਂ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਜ਼ਤ ਨਾ ਰੱਖੀ, ਮਾਣ ਨਾ ਰੱਖਿਆ, 3 ਲਕੀਰਾਂ ਲੰਘ ਕੇ ਤੁਰ ਗਿਆ ਵਾਪਸ। ਮਹਾਰਾਜ ਉਹ ਤਾਂ ਇੱਕੋ ਹੀ ਗੱਲ ਕਹਿੰਦਾ ਰਿਹਾ, ਘਰੇ ਜਾਣਾ ਘਰੇ ਜਾਣਾ, ਆਹੀ ਇੱਛਾ ਸੀ ਉਹਦੀ, ਘਰੇ ਜਾਣਾ। ਮਤਲਬ ਉਹਦਾ ਤਾਂ ਮਨ ਦਾ ਧੀਰਜ ਹੀ ਖੋ ਗਿਆ ਸੀ, ਹੌਸਲਾ ਹੀ ਸਿੱਟ ਬੈਠਾ ਸੀ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਤਰੀਕੇ ਵਰਤੇ, ਪਰ ਕੋਈ ਤਰੀਕਾ ਨਹੀਂ ਜਿਸ ਕਰਕੇ ਉਹ ਵਾਪਸ ਆ ਜਾਵੇ, ਆਉਣਾ ਨਹੀਂ ਉਸਨੇ। ਸਤਿਗੁਰੂ ਕਹਿੰਦੇ ਚੱਲ ਭਾਈ ਕੋਈ ਗੱਲ ਨਹੀਂ, ਐਂ ਕਰ, ਕਹਿੰਦੇ ਸਾਡਾ ਆ ਇੱਕ ਰੁਮਾਲ ਲੈ ਜਾ। ਸਤਿਗੁਰੂ ਜੀ ਨੇ ਆਪਣਾ ਕਮਰ ਕੱਸਾ ਖੋਲ ਕੇ ਦੇ ਦਿੱਤਾ, ਕਹਿੰਦੇ ਆ ਲੈ ਕੇ ਚਲਾ ਜਾ ਭਾਈ ਰਾਮ ਸਿੰਘ ਕੋਲ। ਕਹਿੰਦੇ ਰਾਮ ਸਿੰਘ ਦੇ ਘੋੜੇ ਦੇ ਅੱਗੇ ਜਾ ਕੇ ਨਾ ਰਾਹ ਦੇ ਵਿੱਚ ਵਿਛਾ ਦੀ, ਉਹਨੂੰ ਰੋਕ ਲਈ। ਸਤਿਗੁਰੂ ਸੱਚੇ ਪਾਤਸ਼ਾਹ ਦੇਖੋ ਕਿੰਨਾ ਪ੍ਰੇਮ ਕਰਦੇ ਆ ਸਿੱਖ ਨੂੰ, ਰਾਜ ਭਾਗ ਬਖਸ਼ਣਾ ਚਾਹੁੰਦੇ ਆ। ਕਹਿੰਦੇ ਅੱਗੇ ਵਿਛਾ ਕੇ ਸਾਡਾ ਆ ਰੁਮਾਲ ਕਮਰ ਕੱਸਾ, ਕਹਿੰਦੇ ਉਹਨੂੰ ਐਂ ਕਹਿਦੀ ਵੀ ਇਹਨੂੰ ਗੁਰੂ ਦੀ ਪੱਗ ਜਾਣ ਲੈ, ਗੁਰੂ ਦੀ ਪੱਗ ਦੀ ਤਾਂ ਇੱਜ਼ਤ ਰੱਖ ਲੈ। ਕਹਿੰਦੇ ਇਹਨੂੰ ਲੰਘ ਕੇ ਨਾ ਜਾ, ਲੰਘ ਕੇ ਜਾਣਾ ਨਹੀਂ ਬਣਦਾ ਤੇਰਾ। ਸਿੰਘ ਨੇ ਸੁਣ ਕੇ ਮਹਾਰਾਜ ਦੇ ਬਚਨ ਫਿਰ ਵਾਹੋ ਦਾਹੀ ਘੋੜਾ ਦੌੜਾਇਆ। ਰਸਤੇ ਜਾਂਦੇ ਭਾਈ ਰਾਮ ਸਿੰਘ ਨੂੰ ਫੇਰ ਮਿਲ ਪਿਆ। ਜਾ ਕੇ ਜਿਵੇਂ ਸਤਿਗੁਰੂ ਨੇ ਆਖਿਆ ਸੀ ਵਿਛਾ ਦਿੱਤਾ। ਉਹ ਸਤਿਗੁਰੂ ਜੀ ਦਾ ਰੁਮਾਲ ਕਮਰ ਕੱਸਾ
ਰਸਤੇ ਵਿੱਚ ਔਰ ਜਿਵੇਂ ਸਤਿਗੁਰੂ ਨੇ ਸੁਣਾ ਕੇ ਕਹੇ ਸੀ ਬਚਨ ਜਾ ਕੇ ਭਾਈ ਰਾਮ ਸਿੰਘ ਨੂੰ ਕਹੇ। ਕੀ ਗੁਰ ਪਾਕ ਨਾ ਲੰਘਨ ਪਾਈ। ਕਹਿੰਦਾ ਭਾਈ ਰਾਮ ਸਿੰਘ ਆ ਗੁਰੂ ਦੀ ਪੱਗ ਤੇਰੇ ਅੱਗੇ ਵਿਛਾ ਦਿੱਤੀ ਹੈ, ਇਹਨੂੰ ਤਾਂ ਨਾ ਲੰਘ ਕੇ ਜਾ, ਇੰਨੀ ਤਾਂ ਇੱਜ਼ਤ ਰੱਖ। ਹਲੋ ਬਸ਼ੀਰੀ ਮਿਲ ਕਰ ਮਿਲੋ। ਕਹਿੰਦਾ ਜਾ ਹਲੇ ਵੀ ਕੁਝ ਵਿਗੜਿਆ ਨਹੀਂ, ਪਿੱਛੇ ਹਟ ਜਾ ਕੇ ਗੁਰੂ ਸਾਹਿਬ ਨੂੰ ਮਿਲ ਲੈ, ਮਿਲਾਪ ਕਰ। ਇਸੀ ਬਾਤ ਮੈਂ ਲੱਖ ਨਿਜ ਭਲੋ। ਇਹਦੇ ਵਿੱਚ ਹੀ ਗੁਰੂ ਕੇ ਸਿੱਖਾ ਤੇਰਾ ਭਲਾ ਹੈ। ਰਾਮ ਸਿੰਘ ਬੋਲਿਓ ਮੈਂ ਜਾਣਾ। ਉਸ ਵੇਲੇ ਭਾਈ ਰਾਮ ਸਿੰਘ ਕਹਿੰਦਾ ਭਾਈ ਮੈਂ ਨਹੀਂ ਪਿੱਛੇ ਹਟਦਾ, ਮੈਂ ਤਾਂ ਘਰ ਨੂੰ ਜਾਣਾ ਹੈ। ਕਹਿੰਦਾ ਹੁਣ ਨਹੀਂ ਮੇਰੇ ਤੋਂ ਪਿੱਛੇ ਹਟਿਆ ਜਾਂਦਾ, ਮੈਂ ਤਾਂ ਪੱਕਾ ਇਰਾਦਾ ਕਰ ਲਿਆ ਵੀ ਘਰ ਜਾਣਾ ਹੈ। ਕਹਿਣ ਲੱਗਾ ਸਾਡੇ ਘਰ ਤੋਂ ਦੱਖਣ ਦੇਸ਼ ਜਿਹੜਾ ਉਹ ਤਾਂ ਬਹੁਤ ਦੂਰ ਹੈ। ਘਰੇ ਕੀ ਹਾਨੀ ਹੋ ਗਈ, ਕੀ ਲਾਭ ਹੋ ਗਿਆ, ਕੀ ਫਾਇਦਾ ਹੋਇਆ, ਨੁਕਸਾਨ ਹੋਇਆ, ਇਹ ਗੱਲ ਦੀ ਤਾਂ ਉੱਥੇ ਖਬਰਸਾਰ ਵੀ ਨਹੀਂ ਪਤਾ ਲੱਗਣੀ। ਬਸ ਸਿੱਧੀ ਗੱਲ ਇਹ ਆ ਸਿੱਖਾ ਵੀ ਮੇਰੇ ਤੋਂ ਘਰ ਛੱਡਿਆ ਨਹੀਂ ਜਾਂਦਾ। ਤੇ ਦੂਜੀ ਗੱਲ ਇਹ ਆ ਵੀ ਮੈਂ ਹੁਣ ਚੋਰੀਆਂ ਭੱਜ ਆਇਆ, ਗੁਰੂ ਦੇ ਮੈਂ ਕਿਹੜਾ ਮੂੰਹ ਲੈ ਕੇ ਜਾ ਕੇ ਗੁਰੂ ਦੇ ਮੱਥੇ ਲੱਗਾ, ਗੁਰੂ ਦੇ ਮੱਥੇ ਨਹੀਂ ਲੱਗ ਸਕਦਾ, ਸਨਮੁਖ ਨਹੀਂ ਹੋ ਸਕਦਾ। ਇਉਂ ਕਹਿ ਕੇ ਨਾ ਸਤਿਗੁਰੂ ਜੀ ਦਾ ਜਿਹੜਾ ਰੁਮਾਲਾ ਕਮਰ ਕਸਾ ਵਿਛਾਇਆ ਹੋਇਆ ਸੀ, ਗੁਰੂ ਕੇ ਸਿੱਖ ਨੇ ਆਖਿਆ ਸੀ ਵੀ ਇਹਨੂੰ ਗੁਰੂ ਕੀ ਪੱਗ ਸਮਝ ਕੇ ਮਾਣ ਰੱਖ ਲੈ। ਇਹ ਮਾੜੇ ਭਾਗਾਂ ਵਾਲਾ ਭਾਈ ਰਾਮ ਸਿੰਘ ਉਹਨੂੰ ਵੀ ਲੰਘ ਕੇ ਚਲਿਆ ਗਿਆ। ਸੋ ਇਹ ਭਾਈ ਰਾਮ ਸਿੰਘ ਨੇ ਆਪਣਾ ਇੰਨਾ ਮਾੜਾ ਕਰ ਲਿਆ, ਡਾਲ ਮੂਲ ਇੱਕ ਬਾਰ ਨਸਾਇਓ। ਕੀ ਡਾਲੀਆਂ ਕੀ ਮੂਲ, ਜੜਾਂ ਹੀ ਪੱਟ ਲਈਆਂ ਆਪਣੀਆਂ। ਇਹ ਸਿੰਘ ਵਾਪਸ ਮੁੜ ਕੇ ਫਿਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਕੋਲ ਪਹੁੰਚਿਆ। ਜਾ ਕੇ ਦੱਸਿਆ, ਕਹਿੰਦਾ ਮਹਾਰਾਜ ਭਾਈ ਰਾਮ ਸਿੰਘ ਤਾਂ ਇੱਕੋ ਹੀ ਰਟ ਲਾਈ ਬੈਠਾ ਰਿਹਾ ਵੀ ਮੇਰੇ ਤੋਂ ਘਰ ਛੱਡਿਆ ਨਹੀਂ ਜਾਂਦਾ ਆਪਣਾ। ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਆਹ ਬਚਨ ਸੁਣੇ, 2-3 ਵਾਰ ਤਾਂ ਮਿੰਨਤਾਂ ਤਰਲੇ ਵੀ ਸਤਿਗੁਰੂ ਜੀ ਪਿਆਰ ਜੋ ਇੰਨਾ ਕਰਦੇ ਸੀ ਮਲਵਈ ਸਿੱਖਾਂ ਦੇ ਨਾਲ, ਸਤਿਗੁਰੂ ਰਾਜ ਭਾਗ ਬਖਸ਼ਣਾ ਚਾਹੁੰਦੇ ਸੀ ਔਰ ਇਹ ਸਮਝਾਉਣਾ ਚਾਹੁੰਦੇ ਸੀ ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ। ਜਿਹੜਾ ਘਰ ਛੱਡ ਕੇ ਤੁਰ ਜਾਣਾ ਉਹਦੇ ਵਿੱਚ ਚਿੱਤ ਲਾਈ ਬੈਠੇ ਹੋ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਗਾਂਹ ਜਾਣਾ ਉਹਦੀ ਚਿੰਤਾ ਹੀ ਨਹੀਂ। ਰੱਬ ਦੀ ਦਰਗਾਹ ਵਿੱਚ ਜਿਹੜੇ ਘਰ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਉਹ ਘਰ ਬਾਰੇ ਸੋਚਦੇ ਨਹੀਂ। ਉਦੋਂ ਤੱਕ ਤਾਂ ਸਤਿਗੁਰੂ ਜੀ ਮਿੰਨਤਾਂ ਤਰਲੇ ਕਰਦੇ ਰਹੇ। ਖਾਲਸਾ ਜੀ ਗੁਰੂ ਕੀ ਕਥਾ ਸੁਣ ਕੇ ਇਹ ਨਹੀਂ ਸਮਝਣਾ ਵੀ ਸ਼ਾਇਦ ਸਤਿਗੁਰੂ ਨੂੰ ਉਹਨਾਂ ਦੀ ਬਹੁਤੀ ਲੋੜ ਸੀ, ਕਿਉਂਕਿ ਇਹ ਤਾਂ ਗੁਰੂ ਦੀ ਮੌਜ ਹੈ। ਜਿਹਨੂੰ ਚਾਹਣ ਉਹਨੂੰ ਕਹਿੰਦੇ ਆਪਣੇ ਨਾਲ ਚੱਲ। ਤੇ ਅੱਗੇ ਇਤਿਹਾਸ ਆਵੇਗਾ ਭਾਈ ਪਰਮ ਸਿੰਘ ਧਰਮ ਸਿੰਘ ਉਹ ਜਾਣਾ ਚਾਹੁੰਦੇ, ਉਹਨਾਂ ਨੂੰ ਸਤਿਗੁਰੂ ਜੀ ਮੋੜ ਰਹੇ ਆ। ਗੁਰੂ ਘਰ ਦਾ ਕੰਮ ਤਾਂ ਨਹੀਂ ਕਿਸੇ ਬਿਨਾਂ ਖੜਾ ਹੁੰਦਾ ਨਾ, ਇਹ ਤਾਂ ਆਪਣੇ ਮਨ ਦਾ ਭੁਲੇਖਾ ਹੁੰਦਾ ਹੈ। ਜੇ ਇੱਥੇ ਆਇਆ ਨੂੰ ਕਿਸੇ ਸੇਵਾਦਾਰ ਨੇ ਕਹਿਤਾ ਭਾਈ ਆਹ ਨਹੀਂ ਸੇਵਾ ਕਰਨੀ, ਆਹ ਕਰ ਲੈ, ਕਿਸੇ ਪ੍ਰਬੰਧਕ ਨੇ ਕਹਿ ਦਿੱਤਾ, ਕਿਸੇ ਕਥਾਵਾਚਕ ਨੇ, ਰਾਗੀ ਸਿੰਘ ਨੇ ਕਹਿਤਾ ਭਾਈ ਗੁਰੂ ਕੀ ਸੰਗਤ ਵਿੱਚ ਚੁੱਪ ਕਰਕੇ ਬੈਠਣਾ ਚਾਹੀਦਾ, ਰੌਲਾ ਰੱਪਾ ਨਹੀਂ ਪਾਈਦਾ, ਸੰਗਤ ਦਾ ਰਸ ਨਹੀਂ ਖਰਾਬ ਕਰੀਦਾ। ਜੇ ਕਦੇ ਕੋਈ ਸੱਚਾ ਵਚਨ ਜਿਹੜਾ ਕਹਿਣਾ ਵੀ ਬਣਦਾ ਕਿਹਾ ਵੀ ਜਾਵੇ ਨਾ ਤਾਂ ਕਈ ਗੁੱਸਾ ਕਰ ਲੈਂਦੇ ਆ। ਗੁੱਸਾ ਕਰਕੇ ਕੀ ਕਹਿਣਗੇ ਵੀ ਲੈ ਗੁਰਦੁਆਰੇ ਆਇਆ ਨੂੰ ਸਾਨੂੰ ਐਉਂ ਕਹਿੰਦੇ ਆ। ਜੇ ਕਹੇ ਭਾਈ ਇਹੋ ਜਿਹੇ ਵਸਤਰ ਪਾ ਕੇ ਗੁਰੂ ਘਰ ਨਹੀਂ ਆਈਦਾ, ਨਹੀਂ ਜੀ ਅਸੀਂ ਆਜ਼ਾਦ ਹਾਂ, ਸਾਡੀ ਮਰਜ਼ੀ। ਅਸੀਂ ਕਿਸੇ ਦੁਨਿਆਵੀ ਛੋਟੇ ਮੋਟੇ ਅਫਸਰ ਦੇ ਦਫ਼ਤਰ 'ਚ ਵੀ ਜਾਣਾ ਹੋਵੇ ਨਾ ਐਨ ਵਧੀਆ ਸਲੀਕੇ ਵਾਲੇ ਕੱਪੜੇ ਪਹਿਨ ਕੇ ਜਾਂਦੇ ਆ, ਪਰ ਜਦੋਂ ਗੁਰੂ ਘਰ ਆਉਣਾ ਹੋਵੇ ਇੱਥੇ ਅਸੀਂ ਆ ਕੇ ਫੈਸ਼ਨ ਦਿਖਾਉਂਦੇ ਆ ਜੀ, ਅਸੀਂ ਫੈਸ਼ਨ ਪ੍ਰਸਤ ਬੜੇ ਆ। ਤੇ ਜੇ ਕੋਈ ਰੋਕ ਦੇਵੇ ਜਾਂ ਕਿਸੇ ਗੱਲ ਤੋਂ ਕਹਿ ਦੇਵੇ ਭਾਈ ਸੰਗਤ ਦਾ ਰਸ ਨਹੀਂ ਖਰਾਬ ਕਰੀਦਾ, ਆ ਤੁਸੀਂ ਦੇਖਿਆ ਹੀ ਹੈ ਪਿਛਲੇ 2-3 ਦਿਨਾਂ ਦੇ ਵਿੱਚ ਸੰਗਤ ਦਾ ਰਸ ਥੋੜਾ ਜਿਹਾ ਖਰਾਬ ਹੁੰਦਾ ਰਿਹਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਵੀ ਸ਼ਾਇਦ ਕਈ ਵਾਰ ਗੁਰਮੁਖ ਪਿਆਰੇ ਸੰਗਤ ਵਿੱਚ ਆਏ ਹੁੰਦੇ ਜਾਂ ਸੁਣਦੇ ਹੁੰਦੇ ਆ, ਜਾਂ ਬਾਕੀ ਦੀ ਸੰਗਤ ਨੂੰ ਵੀ ਪਤਾ ਲੱਗ ਜਾਵੇ ਗੁਰੂ ਘਰ ਦੀ ਮਰਿਆਦਾ ਵਿੱਚ ਵਿਘਨ ਨਹੀਂ ਪਾਈਦਾ, ਆ ਕੇ ਸਹਿਯੋਗ ਦੇਈਦਾ। ਤੇ ਜੇ ਕੋਈ ਸੇਵਾਦਾਰ ਬੇਨਤੀ ਕਰ ਵੀ ਦੇਵੇ ਪਿਆਰ ਦੇ ਨਾਲ, ਗੁੱਸਾ ਮੰਨਦੇ ਆ। ਕਈ ਕਹਿਣਗੇ ਲੈ ਜੀ ਸਾਨੂੰ ਗੁਰੂ ਘਰ ਆਇਆਂ ਨੂੰ ਆਹ ਕਹਿੰਦੇ ਅੱਜ ਤੋਂ ਅਸੀਂ ਤਾਂ ਗੁਰੂ ਘਰ ਹੀ ਆਉਣਾ ਛੱਡਿਆ, ਗੁੱਸਾ ਕਰਕੇ ਘਰ ਹੀ ਬਹਿ ਜਾਂਦੇ।
ਮਨ ਵਿੱਚ ਸੋਚਦੇ ਆ ਵੀ ਤੁਸੀਂ ਲਾ ਲਓ ਦੀਵਾਨ, ਤੁਸੀਂ ਕਰ ਲਓ ਕਥਾ। ਇਹ ਸੋਚਦੇ ਵੀ ਸ਼ਾਇਦ ਜੇ ਅਸੀਂ ਨਾ ਆਏ ਤਾਂ ਕਥਾ ਹੀ ਨਹੀਂ ਹੋਣੀ, ਅਸੀਂ ਨਾ ਆਏ ਤਾਂ ਕੀਰਤਨ ਹੀ ਨਹੀਂ ਹੋਣਾ, ਜੇ ਅਸੀਂ ਨਾ ਆਈਏ ਗੁਰੂ ਘਰ ਦੇ ਵਿੱਚ ਸ਼ਾਇਦ ਬਾਬੇ ਦੀ ਗੋਲਕ 'ਚ ਕਿਸੇ ਨੇ ਪੈਸੇ ਨਹੀਂ ਪਾਉਣੇ, ਗੁਰੂ ਘਰ ਦੀ ਕਾਰ ਸੇਵਾ ਹੀ ਨਹੀਂ ਚੱਲਣੀ। ਇਹ ਸਾਡੇ ਮਨਾਂ ਦੇ ਭੁਲੇਖੇ ਹੈ ਸੰਗਤ ਜੀ। ਗੁਰੂ ਘਰੋਂ ਮੰਗ ਕੇ ਤਾਂ ਆਪਣੇ ਘਰ ਲਾਈਦਾ, ਗੁਰੂ ਘਰ ਤੋਂ ਦਾਤਾਂ ਲੈ ਕੇ ਤਾਂ ਆਪਣਾ ਜੀਵਨ ਨਿਰਵਾਹ ਕਰਦੇ। ਅਸੀਂ ਕੌਣ ਜੰਮ ਪਏ ਗੁਰੂ ਨੂੰ ਦੇਣ ਵਾਲੇ? ਜਿਸ ਗੁਰੂ ਦੇ ਦਰ ਦੇ ਉੱਤੇ ਆ ਕੇ ਅਰਦਾਸਾਂ ਕਰ ਕਰ ਦਾਤਾਂ ਲਈਆਂ ਹੁੰਦੀਆਂ, ਉਸੇ ਗੁਰੂ ਘਰ ਆ ਕੇ ਆਪਾਂ ਦਾਨੀ ਬਣ ਜਾਂਦੇ ਆ ਜੀ। ਲਿਖ ਦਿਓ ਜੀ ਫਲਾਣਾ ਸਿਓ ਨੇ ਦਾਨ ਕੀਤਾ, ਲਾ ਦਿਓ ਮੇਰੇ ਨਾਂ ਦਾ ਪੱਥਰ। ਆ ਪੱਖੇ ਲੱਗੇ ਤੁਸੀਂ ਵੇਖਦੇ ਹੋ, ਉਹ ਵਡਭਾਗੀ ਰੂਹਾਂ ਜਿਨ੍ਹਾਂ ਨੇ ਪੱਖੇ ਭੇਟ ਕੀਤੇ ਤੇ ਨਾਮ ਵੀ ਨਹੀਂ ਕਹੀ, ਸੇਵਾਦਾਰ ਉਹ ਨਾਮ ਵੀ ਨਹੀਂ ਦੱਸਦੇ ਜੀ, ਗੁਪਤ ਹੀ ਲਿਖ ਦਿਓ, ਗੁਪਤ ਸੇਵਾ। ਔਰ ਮਹਾਂਪੁਰਖਾਂ ਦੇ ਦਰ ਦੇ ਉੱਤੇ ਤਾਂ ਸੰਗਤ ਦੱਸਦੀ ਹੈ ਵੀ ਕਈ ਸਿੰਘ ਆਉਂਦੇ ਆ ਬਾਬਾ ਜੀ ਦੇ ਨਾਂ ਦੇ ਉੱਤੇ ਗੱਡੀਆਂ ਦੀਆਂ ਕਾਪੀਆਂ ਬਣਾ ਕੇ ਗੱਡੀ ਖੜੀ ਕਰ ਜਾਂਦੇ ਆ, ਗੋਲਕ ਦੇ ਉੱਤੇ ਕਾਗਜ਼ ਤੇ ਚਾਬੀ ਰੱਖ ਦਿੰਦੇ ਆ। ਕਈ ਕਈ ਦਿਨਾਂ ਬਾਅਦ ਸੰਗਤ ਨੂੰ ਪਤਾ ਲੱਗਦਾ ਵੀ ਆ ਕੋਈ ਬਾਬਾ ਜੀ ਦੇ ਦਰ ਦੇ ਉੱਤੇ ਗੱਡੀ ਭੇਟਾ ਕਰ ਗਿਆ। ਔਰ ਇੱਥੋਂ ਤੱਕ ਗੁਰੂ ਦੀਆਂ ਗੋਲਕਾਂ ਵਿੱਚੋਂ ਸੋਨੇ ਦੇ ਬਿਸਕੁਟ ਲੱਖਾਂ ਕਰੋੜਾਂ ਰੁਪਈਆ ਸੰਗਤਾਂ ਭੇਟ ਕਰਦੀਆਂ ਸ਼ਰਧਾ ਭਾਵਨਾ ਵਾਲੀਆਂ, ਜਿਨ੍ਹਾਂ ਦੇ ਮਨ ਵਿੱਚ ਭਾਵਨਾ। ਤੇ ਜੇ ਕੋਈ ਸੋਚੇ ਵੀ ਸਾਡੇ ਨਾਲ ਹੀ ਚੱਲਦਾ, ਨਹੀਂ ਗੁਰਮੁਖੋ, ਇਸ ਗੁਰੂ ਘਰੋਂ ਮੰਗ ਕੇ 4 ਇੱਟਾਂ ਅਸੀਂ ਆਪਣੇ ਘਰ ਲਾਈਆਂ। ਗੁਰੂ ਘਰ ਦਾਤੇ ਨਹੀਂ ਬਣਨਾ, ਗੁਰੂ ਘਰ ਮਾਣ ਹਉਮੈ ਹੰਕਾਰ ਦੇ ਨਾਲ ਨਹੀਂ ਆਉਣਾ, ਗੁਰੂ ਘਰ ਨਿਮਰਤਾ ਧਾਰਨ ਕਰਕੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਚੱਲੋ ਸਾਡੇ ਨਾਲ, ਤੇ ਭਾਈ ਰਾਮ ਸਿੰਘ ਵਰਗੇ ਕਹਿੰਦੇ ਨਹੀਂ ਘਰ ਦਾ ਨਹੀਂ ਸਰਨਾ, ਗੁਰੂ ਘਰ ਦਾ ਛੱਡ ਕੇ ਆਪਣੇ ਘਰ ਦੇ ਵੱਲ। ਪਰ ਸਤਿਗੁਰ ਸੱਚੇ ਪਾਤਸ਼ਾਹ ਪਹਿਲਾਂ ਤਾਂ ਇਹਨਾਂ ਦੀਆਂ ਮਿੰਨਤਾਂ ਤਰਲੇ ਵੀ ਕੀਤੇ। ਦੇਖੋ ਕੋਈ ਇਹ ਤੋਂ ਵੱਡਾ ਵੀ ਕੋਈ ਪਿਆਰ ਦੀ ਮਿਸਾਲ ਮਿਲੂ? ਗੁਰੂ ਆਪਣੀ ਪੱਗ ਲਾ ਕੇ ਦੇ ਦੇਵੇ, ਆਪਣਾ ਕਮਰ ਕਸਾ ਰੱਖ ਕੇ ਕਹੇ ਵੀ ਇਹ ਗੁਰੂ ਕੀ ਪੱਗ ਹੈ, ਸਿੱਖਾਂ ਐਉਂ ਕਹਿਦੀ, ਸ਼ਾਇਦ ਮੁੜਿਆ ਆਵੇ। ਭਲਾ ਕਰਨਾ ਚਾਹੁੰਦੇ ਆ ਨਾ, ਪਰ ਜੇ ਹੁਣ ਸਿੱਖ ਹੀ ਨਹੀਂ ਭਲਾ ਕਰਾਉਣਾ ਚਾਹੁੰਦਾ, ਸੱਚ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਓ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਆ ਫੂਕ। ਬਾਂਸ ਵਿੱਚ ਫੂਕ ਮਾਰ ਦਿਓ, ਦੂਜੇ ਪਾਸੇ ਪੋਲ ਹੁੰਦੀ ਆ ਨਿਕਲ ਜਾਂਦੀ ਆ, ਖੜਦੀ ਥੋੜੀ ਆ ਵਿੱਚ। ਤੇ ਜੇ ਸਿੱਖ ਗੁਰੂ ਦੇ ਬਚਨ ਸੁਣ ਕੇ ਮੰਨੇ ਹੀ ਨਾ, ਤੇ ਫਿਰ ਭਲਾ ਕਰਨ ਵਾਲਾ ਗੁਰੂ ਕੀ ਕਰੂਗਾ? ਜਦੋਂ ਸਤਿਗੁਰੂ ਜੀ ਨੇ ਆਹ ਬਚਨ ਸੁਣੇ ਮਹਾਰਾਜ, ਉਹ ਤਾਂ ਨਰਾਦਰੀ ਕਰਕੇ ਅੱਗੇ ਲੰਘ ਗਿਆ। ਸਤਿਗੁਰੂ ਜੀ ਇੱਕਦਮ ਵੀਰ ਰਸ ਵਿੱਚ ਆ ਕੇ ਬਚਨ ਕਰਨ ਲੱਗੇ, ਜੋ ਕਰ ਤਿਆਗ ਨਾ ਸਕੈ ਅਜਾਣ। ਕਹਿੰਦੇ ਇਹ ਅਣਜਾਣ ਮੂਰਖ ਕਮਲਾ, ਕਹਿੰਦੇ ਜਿਹੜਾ ਆਪਣਾ ਘਰ ਹੀ ਨਹੀਂ ਛੱਡ ਸਕਿਆ। ਕਹਿੰਦੇ ਕਮਲਾ ਤਾਂ ਕਹਿੰਦੇ 1 ਮਹੀਨੇ ਤੱਕ ਦੇਖੋ ਟੱਕਰਾਂ ਮਾਰ ਮਾਰ ਕੇ ਮਰ ਜਾਵੇਗਾ। ਜਿਹੜੇ ਘਰ ਵਾਸਤੇ ਛੱਡ ਕੇ ਗਿਆ ਨਾ ਗੁਰੂ ਨੂੰ, ਕਹਿੰਦੇ ਉਹ ਘਰ ਵਿੱਚ ਰਹਿ ਜਾਊਗਾ, ਕਹਿੰਦੇ ਸੁਖੀ ਰਹੂ। ਕਹਿੰਦੇ ਨਹੀਂ ਭਾਈ, ਉਹ ਘਰ ਨੂੰ ਛੱਡ ਕੇ ਤੇ ਆਪਣਾ ਤਨ ਤਿਆਗ ਜੂਗਾ, ਇਹ ਦੁਨੀਆ ਨੂੰ ਛੱਡ ਕੇ ਤੁਰ ਜੂਗਾ, ਮੌਤ ਹੋਵੇਗੀ। ਭਾਈ ਡੱਲੇ ਦੇ ਸਮੇਤ ਹੋਰ ਜਿੰਨੇ ਵੀ ਭੱਜ ਕੇ ਗਏ ਹਨ ਚੋਰੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਮਝ ਲਓ ਉਹਨਾਂ ਨੂੰ ਤਾਂ ਜਮ ਨੇ ਫੜ ਲਿਆ, ਮੌਤ ਆ ਹੀ ਲੈ ਉਹਨਾਂ ਦੀ। ਜਿਹੜੇ ਸਾਨੂੰ ਇੱਥੇ ਛੱਡ ਕੇ ਚਲੇ ਗਏ, ਸਾਨੂੰ ਤਾਂ ਛੱਡ ਗਏ, ਕਹਿੰਦੇ ਗਾਂ ਛੱਡਣਾ ਉਹਨਾਂ ਨੂੰ ਜਮਾਂ ਨੇ ਵੀ ਨਹੀਂ। ਜਮਾਂ ਦਾ ਡਰ ਬਣੇਗਾ, ਜਮ ਲੈ ਜਾਣਗੇ, ਮੌਤ ਆਵੇਗੀ ਸਭ ਨੂੰ। ਕਿਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕਰੜੇ ਬਚਨ ਕਰਕੇ ਅੱਗੇ ਨੂੰ ਚਾਲਾ ਮਾਰਿਆ। ਕਹਿੰਦੇ ਭਾਈ ਜਿਹੜੇ ਹਟ ਗਏ ਪਿਛਾਂ ਮੁੜ ਗਏ, ਉਹਨਾਂ ਨੇ ਤਾਂ ਬਿਪਤਾ ਖੜੀ ਕਰ ਲਈ। ਫਿਰ ਖਾਲਸਾ ਜੀ ਜਦੋਂ ਇਹ ਭਾਈ ਰਾਮ ਸਿੰਘ ਹਟ ਕੇ ਆਇਆ ਨਾ, ਸਤਿਗੁਰੂ ਜੀ ਨੂੰ ਛੱਡ ਕੇ ਆਪਣੇ ਘਰ ਪਹੁੰਚਿਆ। ਘਰੇ ਵੜਨ ਦੀ ਦੇਰ ਸੀ, ਨਾਲ ਦੀ ਨਾਲ ਕਮਲਾ ਹੋ ਗਿਆ, ਬਾਬਰਾ ਹੋ ਗਿਆ। ਸਤਿਗੁਰੂ ਜੀ ਦੇ ਬਚਨ ਜੋ ਫਲੀਭੂਤ ਹੋਣੇ ਸੀ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਭਾਈ, ਉਹਦਾ ਹਾਲ ਇਹੋ ਜਿਹਾ ਹੀ ਹੁੰਦਾ। ਸਤਿਗੁਰੂ ਤੋਂ ਬੇਮੁਖ ਹੋ ਕੇ ਆਇਆ, ਘਰੇ ਘੋੜੇ ਨੇ ਪੌੜ ਰੱਖੇ ਹੀ ਆ, ਘਰੇ ਵੜਦੇ ਹੀ ਕਮਲਾ ਹੋ ਗਿਆ। ਇਹਦਾ ਜਿਹੜਾ ਦੂਜਾ ਭਰਾ ਸੀ ਫਤਿਹ ਸਿੰਘ, ਉਹਨੇ ਆ ਕੇ ਇਹਨੂੰ ਘੋੜੇ ਤੋਂ ਉਤਾਰਿਆ, ਬੌੜ ਮਾਰਨ ਲੱਗ ਪਿਆ।
ਬਾਬਰਾ ਕਮਲਾ ਹੋ ਗਿਆ, ਇਹਨੂੰ ਫੜ ਕੇ ਉਤਾਰਿਆ ਘੋੜੇ ਤੋਂ। ਪਰ ਵਿਸ਼ਿਓ ਆਪਣੇ ਸਦਨ ਸਦਾ ਹਜ਼ਾਰਾ ਇਹ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਭਾਈ ਫਤਿਹ ਸਿੰਘ ਇਸ ਨੂੰ। ਬੰਦਨ ਸੋਸਰ ਦੀ ਮਾਰੇ ਘਰੇ ਜਦੋਂ ਘਰੇ ਵੜਤਾ ਗਿਆ, ਪਰ ਨਾਲ ਦੀ ਨਾਲ ਕੰਧਾਂ ਵਿੱਚ ਟੱਕਰਾਂ ਮਾਰਨ ਲੱਗ ਪਿਆ। ਕੋ ਸਭ ਕਹਿ ਕਹਿ ਟਕਾਰੇ ਘਰ ਦੇ ਪਰਿਵਾਰ ਵਾਲੇ ਸਾਰੇ ਫੜ ਫੜ ਕੇ ਰੋਕਦੇ ਆ, ਇਸ ਨੂੰ ਵਰਜਦੇ ਆ ਵੀ ਕੰਧਾਂ ਵਿੱਚ ਟੱਕਰਾਂ ਕਾਹਤੇ ਮਾਰਦਾ ਹੈ। ਦਲਦੇ ਪਰ ਅਪਦਾ ਪਰੀ ਇਧਰ ਭਾਈ ਇਹਦਾ ਤਾਂ ਇਹ ਹਾਲ ਹੋ ਗਿਆ, ਕੰਧਾਂ ਵਿੱਚ ਟੱਕਰਾਂ ਮਾਰ ਮਾਰ ਮਰ ਗਿਆ। ਕੰਧਾਂ 'ਚ ਟੱਕਰਾਂ ਮਾਰਦਾ, 1 ਮਹੀਨੇ ਤੱਕ ਇਹਦੀ ਮੌਤ ਹੋ ਜਾਣੀ ਹੈ। ਉਧਰ ਭਾਈ ਡੱਲਾ ਸਿੰਘ ਦੇ ਨਾਲ ਕੀ ਬੀਤੀ। ਭਇਓ ਰੋਗ ਤਨ ਹੋਇ ਜਰਜਰੀ ਉਹਦੇ ਤਨ ਦੇ ਵਿੱਚ ਰੋਗ ਚੱਲ ਪਿਆ, ਕੁਝ ਖਾਧਾ ਪੀਤਾ ਨਾ ਗਿਆ, ਸਰੀਰ ਕਮਜ਼ੋਰ ਹੋ ਗਿਆ, ਜਰਜਰਾ ਹੋ ਗਿਆ। ਅਪਰਜਿਤ ਤਤ ਜਨ ਪੁਰੇ ਆਈ ਹੋਰ ਜਿੰਨੇ ਵੀ ਸਤਿਗੁਰੂ ਜੀ ਨੂੰ ਚੋਰੀਆਂ ਛੱਡ ਕੇ ਭੱਜ ਕੇ ਆਏ ਸਨ, ਕੋ ਸੰਕਟ ਦੀਨ ਦਬਾਈ ਸਾਰਿਆਂ ਨੂੰ ਕੋਈ ਨਾ ਕੋਈ ਮੁਸੀਬਤ ਆਈ, ਸਾਰਿਆਂ ਨੂੰ ਸੰਕਟਾਂ ਨੇ ਦੱਬ ਲਿਆ। ਪਾਵਤ ਜਵੈ ਜਦੋਂ 1 ਮਹੀਨਾ ਦੁੱਖ ਪਾਉਂਦਿਆਂ ਬਤੀਤ ਹੋਇਆ। ਰਾਮ ਸਿੰਘ ਤਨ ਤਿਆਗਿਓ ਤਬਾਇ ਇਹ ਰਾਮ ਸਿੰਘ ਸੀ ਭਾਈ ਕਾ, ਜਿਹੜਾ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਗਿਆ। ਕੇਤਕ ਦਿਨ ਦੁਖ ਪਾਈ ਇਸੇ ਤਰ੍ਹਾਂ ਹੀ ਜਦੋਂ ਹੋਰ ਕੁਝ ਦਿਨ ਬਤੀਤ ਹੋਏ, ਡੱਲਾ ਮਰਿਓ ਦੇ ਪਛਤਾਈ ਇਹ ਭਾਈ ਡੱਲਾ ਵੀ ਹਿਰਦੇ ਵਿੱਚ ਝੂਰਦਾ ਹੋਇਆ। ਓਹੋ, ਸਤਿਗੁਰੂ ਐਡੀਆਂ ਬਖਸ਼ਿਸ਼ਾਂ ਕਰਨ ਲੱਗੇ ਸੀ, ਅਸੀਂ ਗੁਰੂ ਦੀ ਨਦਰ ਦੇ ਪਾਤਰ ਨਾ ਬਣ ਸਕੇ, ਗੁਰੂ ਤੋਂ ਬੇਮੁਖ ਹੋਏ ਤਾਂ ਆਹ ਹਾਲ ਹੋਇਆ। ਪਰ ਹੁਣ ਹੋ ਕੀ ਸਕਦਾ ਸੀ, ਜਾ ਵੀ ਨਹੀਂ ਸਕਦੇ ਸੀ ਸਤਿਗੁਰੂ ਕੋਲੇ। ਇਉਂ ਪਛਤਾਉਂਦਾ ਹੋਇਆ ਭਾਈ ਡੱਲਾ ਸਰੀਰ ਤਿਆਗ ਗਿਆ। ਕਦੀ ਢਾੜ ਪੁਰ ਲੁੱਟਣ ਆਈ ਇਹਦੀ ਜਿਹੜੀ ਪੁਰੀ, ਜਿਹੜੇ ਨਗਰ ਕਹਿੰਦਾ ਸੀ ਮਹਾਰਾਜ ਮੇਰੇ ਤੋਂ ਬਾਅਦ ਰਖਵਾਲਾ ਕੌਣ ਹੋਊਗਾ, ਇਹ ਪਿੰਡਾਂ ਦੇ ਉੱਤੇ ਆ ਕੇ ਧਾੜ ਚੜੀ, ਧਾੜਵੀਆਂ ਦੀ, ਡਾਕੂਆਂ ਦੀ, ਤੇ ਲੁੱਟ ਕੇ ਲੈ ਗਏ ਸਭ ਕੁਝ। ਡੱਲੇ ਕੋ ਮਰਿਓ ਤੇ ਥਾਈ ਜਦੋਂ ਇਹਨਾਂ ਨੇ ਦੇਖਿਆ ਵੀ ਭਾਈ ਡੱਲਾ ਮਰ ਗਿਆ ਹੈ, ਤੇ ਪੁੱਤਰ ਦੋ ਖੇਲ ਸੋ ਪਾਗੀ ਡੱਲਾ ਤਾਂ ਮਰ ਗਿਆ ਖਾਲਸਾ ਜੀ। ਇਹਦੇ 2 ਪੋਤਰੇ ਸੀ ਭਾਈ ਡੱਲੇ ਦੇ, ਇਹਦੇ ਪੁੱਤ ਦੇ ਪੁੱਤ ਅਗਾਂਹ 2 ਪੋਤੇ ਸੀ ਭਾਈ ਡੱਲੇ ਦੇ, ਉਹ ਖੇਡਦੇ ਫਿਰਦੇ ਸੀ। ਇਕਲੇ ਤਕਵਾ ਦੌੜਿਓ ਆਗੇ ਘਰਾਂ ਦੇ ਵਿੱਚ ਤਕਲੇ ਹੁੰਦੇ ਸੀ। ਸ਼ਾਇਦ ਆ ਜਿਹੜੀਆਂ ਨਵੀਂ ਉਮਰ ਵਾਲੀਆਂ ਬੀਬੀਆਂ ਭੈਣਾਂ, ਇਹਨਾਂ ਨੂੰ ਨਾ ਪਤਾ ਹੋਵੇ। ਬੀਬੀਆਂ ਚਰਖੇ ਕੱਤਦੀਆਂ, ਘਰਾਂ ਵਿੱਚ ਪੂਣੀਆਂ ਸੂਤ ਕੱਤਦੀਆਂ। ਉਹ ਜਿਹਦੇ ਉੱਤੇ ਗਲੋਟਾ ਬਣਦਾ ਹੁੰਦਾ ਸੀ ਨਾ, ਉਹਨੂੰ ਤਕਲਾ ਕਹਿੰਦੇ ਸੀ। ਤਕਲਾ ਬੜਾ ਤਿੱਖਾ ਦੋਵੇਂ ਪਾਸਿਆਂ ਤੋਂ। ਉਹ ਜਿਹੜਾ ਸੂਤ ਕੱਤਣ ਵਾਲਾ ਤਕਲਾ ਨਾ, ਇਹਦੇ ਇੱਕ ਪੋਤੇ ਨੇ ਹੱਥ ਵਿੱਚ ਚੱਕਿਆ ਹੋਇਆ ਤੇ ਭੱਜਿਆ ਜਾ ਰਿਹਾ ਹੈ। ਇੱਕ ਪਾਸੇ ਪਕੜਨ ਕੋ ਧਾਇਓ ਦੂਜਾ ਪੋਤਾ ਜਿਹੜਾ ਭਾਈ ਡੱਲ ਸਿੰਘ ਦਾ, ਉਹਨੂੰ ਫੜਨ ਵਾਸਤੇ ਉਹਦੇ ਪਿੱਛੇ ਦੌੜਿਆ, ਭੱਜਿਆ। ਮਰਿਓ ਕਰੀਜਾ ਤਕਵੇ ਘਾਇਓ ਜਿਹੜੇ ਦੇ ਹੱਥ ਵਿੱਚ ਸੀ ਨਾ, ਉਹ ਕਿਤੇ ਠੁੱਡਾ ਵੱਜਿਆ, ਧਰਤੀ ਉੱਤੇ ਡਿੱਗ ਪਿਆ, ਤੇ ਜਿਹੜਾ ਤਕਲਾ ਸੀ ਨਾ, ਸੀਨੇ ਵਿੱਚ ਦੀ, ਦਿਲ ਦੇ ਵਿੱਚ ਦੀ ਆਰ ਪਾਰ ਲੰਘ ਗਿਆ। ਖਾਲਸਾ ਜੀ ਬੋਲੋ ਸਤਨਾਮ ਸ਼੍ਰੀ। ਗੁਰੂ ਤੋਂ ਬੇਮੁਖ ਹੋ ਕੇ ਆਏ ਆ ਨਾ, ਸਤਿਗੁਰੂ ਕਹਿੰਦੇ ਜੜਾਂ ਹੀ ਪੱਟ ਲਈਆਂ ਇਹਨਾਂ ਨੇ ਤਾਂ ਆਪਣੀਆਂ। ਹੁਣ ਜੜ ਦੇਖੋ ਕਿਵੇਂ ਖਤਮ ਹੁੰਦੀ। ਉਹ ਤਕਲਾ ਸੀ ਜਿਹੜਾ ਭਾਈ ਡੱਲੇ ਦੇ ਪੋਤੇ ਦੇ ਦਿਲ ਦੇ ਵਿੱਚੋਂ ਛੇਕ ਕਰਕੇ ਲੰਘਿਆ, ਨਾਲ ਦੀ ਨਾਲ ਚੜ੍ਹਾਈ ਕਰ ਗਿਆ। ਉਹਦੀ ਸੀਤਲਾ ਕੀ ਮਰ ਗਈ ਦੂਜਾ ਪੋਤਾ ਸੀ ਜਿਹੜਾ ਖਾਲਸਾ ਜੀ, ਉਹ ਥੋੜੇ ਦਿਨਾਂ ਬਾਅਦ ਆ ਜਿਹੜੀ ਸ਼ੀਤਲਾ ਬੀਬੀਆਂ, ਜਿਹਨੂੰ ਮਾਤਾ ਨਿਕਲੀ ਕਹਿੰਦੇ ਨੇ, ਆਹ ਬਿਮਾਰੀ ਹੋਈ ਉਹਨੂੰ। ਸੋ ਇਹ ਬੁਖਾਰ ਬਹੁਤ ਚੜਿਆ। ਇਹ ਜਿਹੜੀ ਬਿਮਾਰੀ ਦੇ ਨਾਲ, ਚੇਚਕ ਦੀ ਬਿਮਾਰੀ ਦੇ ਨਾਲ ਉਹ ਚੜ੍ਹਾਈ ਕਰ ਗਿਆ। ਇਮ ਸਭ ਬੰਸ ਬਿਨਾਸੀ ਭਇਓ ਇਉਂ ਭਾਈ ਡੱਲੇ ਦੀ ਹੌਲੀ ਹੌਲੀ ਕਰਕੇ ਸਾਰੀ ਕੁਲ ਖਤਮ ਹੋ ਗਈ। ਜੋ ਜੋ ਭਾਜੀ ਬਿਨ ਬਚ ਮਾਨੀ ਜਿਹੜੇ ਜਿਹੜੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨੇ ਤੋਂ ਬਿਨਾ ਬੇਮੁਖ ਹੋ ਕੇ ਭੱਜ ਕੇ ਆਏ ਸਨ। ਸੰਕਟ ਪਾਏ ਸੋ ਤਤ ਸਿਨਾਹੀ ਹਾਨੀ ਸੋ ਇਸ ਤਰ੍ਹਾਂ ਉਹਨਾਂ ਸਾਰਿਆਂ ਨੇ ਬਹੁਤ ਸੰਕਟ ਪਾਇਆ, ਬਹੁਤ ਮੁਸੀਬਤਾਂ, ਬੜਾ ਨੁਕਸਾਨ ਝੱਲਿਆ ਉਹਨਾਂ ਨੇ ਸਾਰਿਆਂ ਨੇ। ਇੱਥੇ ਖਾਲਸਾ ਜੀ ਕਵੀ ਜੀ ਨੇ ਲਿਖਿਆ ਵੀ ਭਾਈ ਡੱਲਾ ਦੀ ਬੰਸ ਉੱਥੇ ਖਤਮ ਹੋ ਗਈ, ਪਰ ਉਹਨਾਂ ਦੀ ਬੰਸ ਦੇ ਕੋਲ ਸਤਿਗੁਰੂ ਜੀ ਦੇ ਬਖਸ਼ੇ ਬਹੁਤ ਵਸਤਰ ਸ਼ਾਸਤਰ ਹੈ। ਸੋ ਇਹ ਚੀਜ਼ ਥੋੜੀ ਜੀ ਖੋਜ ਦੀ ਵੀ ਮੁਤਾਜ ਹੈ। ਹੋ ਸਕਦਾ ਹੈ ਵੀ ਭਾਈ ਡੱਲੇ ਦਾ ਕੋਈ ਭਰਾ ਬਚ ਗਿਆ ਹੋਵੇ, ਗਾਂ ਉਹਨਾਂ ਦੀ ਕੁਲ ਚੱਲਦੀ ਹੋਵੇ, ਉਹਨੂੰ ਭਾਈ ਡੱਲੇ ਦੀ ਬੰਸ ਕਿਹਾ ਜਾਂਦਾ ਹੋਵੇ। ਔਰ ਅੱਜ ਵੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਪਰਿਵਾਰ ਰਹਿੰਦਾ ਹੈ। ਬੜੀ ਭਾਵਨਾ ਦੇ ਨਾਲ ਸੰਗਤਾਂ ਜਦੋਂ ਤਖਤ ਸਾਹਿਬ ਤੋਂ ਦਰਸ਼ਨ ਕਰਕੇ ਭਾਈ ਡੱਲੇ ਦੇ ਘਰ ਜਾਂਦੇ ਆ ਹਵੇਲੀ ਵਿੱਚ, ਤਾਂ ਉੱਥੇ ਸਤਿਗੁਰੂ ਜੀ ਦੇ ਸ਼ਸਤਰਾਂ ਦੇ, ਸਤਿਗੁਰੂ ਜੀ ਦੇ ਵਸਤਰਾਂ ਦੇ ਦਰਸ਼ਨ ਕਰਾਉਂਦੇ ਆ। ਸੋ
ਅੱਗੇ ਜਿਵੇਂ ਸਤਿਗੁਰੂ ਜੀ ਦਾ ਇਤਿਹਾਸ ਆਵੇਗਾ, ਸਤਿਗੁਰੂ ਜੀ ਇੱਥੋਂ ਅਗਾਂਹ ਮਾਧੋ ਸੰਘਾਣੇ ਜਾ ਕੇ ਰੁਕਣਗੇ। ਸਤਿਗੁਰੂ ਜੀ ਅੱਗੇ ਹੋਰ ਜਿਵੇਂ ਜਿਵੇਂ ਤੀਰਥ ਅਸਥਾਨਾਂ ਦੇ ਉੱਤੇ ਜਾਣਗੇ, ਸੋ ਉਹ ਇਤਿਹਾਸ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਕੱਲ ਦੇ ਦੀਵਾਨ ਦੇ ਵਿੱਚ ਆਪ ਸੇਵਾ ਲੈਣਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਲੋਕ ਸੁਖੀਏ ਔਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੋ ਜੋ ਭਾਜੀ ਬਿਨ ਬਚ ਮਾਨੀ, ਸੰਕਟ ਪਾਏ ਤੋ ਸੋ ਤਤ ਛਿਨ ਹਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।